तेरे कवन कवन गुण कह कह गावा, तू साहिब गुणी निधाना। तुमरी महिमा बरन ना साकों, तू ठाकुर ऊच भगवाना। जेहवा एक कवन गुण कहिए, बेशुमार बेअंत सुआमी। तेरो अंत न किन्हीं लहिए, जेहबा एक होए लख कोटि। लख कोटै कोट त्यावै गो, सहस फनी जपियो शेख नागै। हर जप त्या अंत ना पावै गो, मत सुमत तेरा वस स्वामी। हम जंत तू पुरख जंतैनी, जन नानक के प्रभ करते स्वामी। जो भावै तिवै बुलैनी, जन नानक के प्रभ करते स्वामी। जो भावै तिवै बुलैनी। सतनाम वाहिगुरु जी। राग गौड़ी भगतां की बाणी, एक ओंकार सतनाम। करता पुरख गुर प्रसाद, गौड़ी गुवारेरी श्री कबीर जियो के चौपदे। अब मोहि जलत राम जल पाया, राम उदक तन जलत बुझाया। वाहिगुरु जी का खालसा, वाहिगुरु जी की फतेह। पतत पावन भगत वत्सल ज्योति स्वरूप सर्व शक्तिमान मुक्ति दाते। चवर तख्त ते सशोभत मान, जुगो जुग अटल साहिब श्री गुरु ग्रंथ साहिब जी दी पावन पवित्र बारगाह विच सतगुरां दे महान पावन स्थान गुरुद्वारा बंगला साहिब विखे सज बैठी सतगुरां दी साजी निवाजी साध संगत जी। आप जी वडभागी हो, धनता दे योग हो। ਅੰਮ੍ਰਿਤ ਵੇਲੇ ਤੋਂ ਸਮੇਂ-ਸਮੇਂ ਅਨੁਸਾਰ ਸਾਹਿਬਾਂ ਦੇ ਹਜ਼ੂਰ ਪਹੁੰਚ ਕੇ ਦਰਸ਼ਨ ਦੀਦਾਰ ਕਰਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕੀਤੇ। ਆਸਾ ਕੀ ਵਾਰ ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਐਸੀ ਅੰਮ੍ਰਿਤਮਈ ਬਾਣੀ ਜੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਲਯੁਗੀ ਜੀਵਾਂ ਦੇ ਉਧਾਰ ਹਿੱਤ ਬਖਸ਼ਿਸ਼ ਕੀਤੀ। ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਔਰ ਨਿਤਨੇਮ ਦੀ ਬਾਣੀ ਆਸਾ ਕੀ ਵਾਰ ਗੁਰੂ ਘਰ ਦੇ ਵਿੱਚ ਗੁਰੂ ਕੇ ਮਹਾਨ ਕੀਰਤਨੀਆਂ ਨੇ ਬੜੇ ਪਿਆਰ ਵਿੱਚ ਗਾਇਨ ਕਰਕੇ ਸੰਗਤਾਂ ਨੂੰ ਸਰਵਣ ਕਰਵਾਈ ਹੈ। ਉਪਰੰਤ ਧਨਤਾ ਦੇ ਯੋਗ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਲਕਾ ਸਾਹਿਬ ਪ੍ਰਧਾਨ ਜੀ, ਸਮੁੱਚੀ ਕਮੇਟੀ,
ਸਮੁੱਚੇ ਸਿੰਘ ਸਾਹਿਬਾਨ ਜਿਨ੍ਹਾਂ ਨੇ ਬਹੁਤ ਪਰਉਪਕਾਰ ਹਿਤ ਕਲਯੁਗੀ ਜੀਵਾਂ ਨੂੰ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਅੰਮ੍ਰਿਤਮਈ ਬਾਣੀ ਦੇ ਸ਼ਬਦ ਵਿਚਾਰ ਅੱਖਰੀ ਅਰਥ ਸਰਵਣ ਕਰਵਾਉਣ ਵਾਸਤੇ ਉਪਰਾਲਾ ਕੀਤਾ ਹੈ। ਚੱਲ ਰਹੇ ਲੜੀਵਾਰ ਕਥਾ ਦੇ ਵਿੱਚ ਸਾਹਿਬਾਨ ਨੇ ਤਰਸ ਕਰਕੇ ਸਾਡੇ ਤੇ ਤਰੁੱਠ ਕੇ ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਜੋ ਕੀਤਾ ਹੈ, ਉਸ ਦੇ ਮੂਲ ਪਾਠ ਆਪ ਜੀ ਨੇ ਗਿਆਨੀ ਸਰਵਣ ਸਿੰਘ ਜੀ ਦੀ ਰਚਨਾ ਤੋਂ ਬੜੇ ਪਿਆਰ ਵਿੱਚ ਬੜੀ ਸ਼ੁੱਧਤਾ ਦੇ ਨਾਲ ਸਰਵਣ ਕੀਤੇ ਨੇ ਔਰ ਬਹੁਤ ਸਾਰੀਆਂ ਜ਼ਰੂਰੀ ਬੇਨਤੀਆਂ ਕੀਤੀਆਂ ਨੇ ਤੇ ਸਾਡਾ ਸੰਗਤਾਂ ਦਾ ਫਰਜ਼ ਹੈ ਉਸ ਵੱਲੇ ਧਿਆਨ ਦੇ ਕੇ ਪ੍ਰਬੰਧਕਾਂ ਨੂੰ ਸਹਿਯੋਗ ਦੇਈਏ। ਆਉਣ ਵਾਲੇ ਸਮੇਂ ਵਿੱਚ ਬੜੇ ਮਹਾਨ ਪਾਵਨ ਪਵਿੱਤਰ ਦਿਹਾੜੇ ਨਾਨਕ ਨਿਰੰਕਾਰੀ ਦੇ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਸੁੰਦਰ ਪ੍ਰੋਗਰਾਮ ਉਲੀਕੇ ਨੇ। ਉਹਨਾਂ ਵਿੱਚ ਸ਼ਮੂਲੀਅਤ ਕਰਕੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾਵਾਂ ਕਰਕੇ ਪ੍ਰਬੰਧ ਵਿੱਚ ਸਹਿਯੋਗ ਦੇ ਕੇ ਸਤਿਗੁਰਾਂ ਦੀਆਂ ਅਸੀਸਾਂ ਦੇ ਪਾਤਰ ਬਣੀਏ। ਆਓ ਜੋ ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕਰਕੇ ਤਰਸ ਕਰਕੇ ਅੱਜ ਦੇ ਪਾਵਨ ਉਪਦੇਸ਼ ਲੜੀਵਾਰ ਸਾਨੂੰ ਬਖਸ਼ਿਸ਼ ਕੀਤੇ ਨੇ, ਉਹਦੀ ਵਿਚਾਰ ਜੋ ਸਤਿਗੁਰੂ ਜੀ ਬਖਸ਼ਿਸ਼ ਕਰਨ ਕਹਿਣ ਸੁਣਨ ਦੇ ਲਈ ਸਮੁੱਚੀ ਸੰਗਤ ਮਾਈ ਭਾਈ ਗੁਰੂ ਹਜ਼ੂਰ ਸੱਜ ਬੈਠੀ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਬੈਠ ਕੇ ਸਰਵਣ ਕਰ ਰਹੇ ਹੋ, ਬਹੁਤ ਵੱਡੀ ਗਿਣਤੀ ਵਿੱਚ ਦਿੱਲੀ ਦੀ ਇਹ ਜੋ ਸਤਿਗੁਰੂ ਪਾਤਸ਼ਾਹ ਦੀ ਰਹਿਮਤ ਕਥਾ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ ਸੰਗਤਾਂ ਸਰਵਣ ਕਰਦੀਆਂ ਨੇ। ਜਿੱਥੇ ਜਿੱਥੇ ਬੈਠ ਕੇ ਸਰਵਣ ਕਰਦੇ ਹੋ ਪਿਆਰ ਵਿੱਚ ਭਿੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਭਗਤਾਂ ਕੀ ਬਾਣੀ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਸਤਿਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਇਹ ਤੀਸਰੇ ਰਾਗ ਦੀ ਸੰਪੂਰਨਤਾ ਹੋ ਰਹੀ ਹੈ ਤੇ ਰਾਗ ਦੇ ਅੰਤ ਵਿੱਚ ਭਗਤਾਂ ਦੀ ਬਾਣੀ ਪ੍ਰਾਰੰਭ ਹੁੰਦੀ ਹੈ। ਰਾਗ ਗੌੜੀ, ਰਾਗ ਦਾ ਨਾਮ ਗੌੜੀ ਹੈ। ਸਤਿਗੁਰਾਂ ਨੇ ਰਾਗ ਗੌੜੀ ਵਿੱਚ ਭਗਤਾਂ ਕੀ ਬਾਣੀ, ਭਗਤਾਂ ਸ਼ਬਦ ਬਹੁ ਵਚਨ ਹੈ, ਇਹਦੇ ਵਿੱਚ ਭਗਤਾਂ ਦੀ ਬਾਣੀ ਆਏਗੀ। ਸਭ ਤੋਂ ਆਦ ਵਿੱਚ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ। ਭਗਤ ਕਬੀਰ ਸਾਹਿਬ ਜੀ ਦੀ ਸਮੁੱਚੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੂਸਰੇ ਭਗਤਾਂ ਦੇ ਨਾਲੋਂ ਜ਼ਿਆਦਾ ਬਾਣੀ ਸਤਿਗੁਰਾਂ ਨੇ ਅੰਕਿਤ ਕੀਤੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਵਸਤੂ ਨਿਰਦੇਸ਼ਕ ਮੰਗਲ, ਮੰਗਲ ਦਾ ਭਾਵ ਹੁੰਦਾ ਹੈ ਖੁਸ਼ੀਆਂ, ਖੇੜੇ, ਆਨੰਦ, ਜਾਂ ਅਸੀਂ ਜਿਸ ਦਾ ਆਰਾਧਨਾ ਕਰਨੀ ਹੈ ਉਸ ਦੀ ਆਰਾਧਨਾ ਕਰਨ ਤੋਂ ਪਹਿਲਾਂ ਉਸ ਦਾ ਆਵਾਹਨ ਜਿਸ ਨੂੰ ਕਿਹਾ ਜਾਂਦਾ ਹੈ। ਜਿਵੇਂ ਆਪਾਂ ਕੋਈ ਪੱਤਰਕਾ ਲਿਖਣੀ ਹੋਵੇ ਤੇ ਪਹਿਲਾਂ ਸਤਿਗੁਰਾਂ ਨੂੰ ਸੰਬੋਧਨ ਕਰਕੇ ਲਿਖਦੇ ਹਾਂ, ਇਸੇ ਤਰ੍ਹਾਂ ਸਤਿਗੁਰਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਮੰਗਲ ਉਚਾਰਨ ਕੀਤੇ ਨੇ। ਇੱਕ ਪੂਰਨ ਸੰਪੂਰਨ ਮੰਗਲ ਹੈ ਜੋ ਆਪ ਜੀ ਨੇ ਸਰਵਣ ਕੀਤਾ। ਉਹਨੇ ਗਿਆਨੀ ਸਰਵਣ ਸਿੰਘ ਜੀ ਦੇ ਰਸਨਾ ਤੋਂ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਦੂਸਰੇ ਸੰਖੇਪ ਮੰਗਲ ਨੇ ਜੋ ਆਪ ਜੀ ਨੇ ਹੁਣੇ ਸਰਵਣ ਕੀਤੇ ਨੇ। 4 ਪ੍ਰਕਾਰ ਦੇ ਮੰਗਲ ਗ੍ਰੰਥਾਂਕਾਰਾਂ ਨੇ ਮੰਨਣ। ਵਾਸਤਵ ਦੇ ਵਿੱਚ
ਮੰਗਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 5 ਰੂਪ ਦੇ ਵਿੱਚ ਆਉਂਦੇ ਨੇ। ਇੱਕ ਤੇ ਪੂਰਾ ਮੰਗਲ ਹੈ, ਦੂਸਰਾ ਮੰਗਲ ਆਪ ਜੀ ਨੇ ਜੋ ਹੁਣੇ ਸਰਵਣ ਕੀਤਾ ਹੈ, ਤੀਸਰਾ ਮੰਗਲ ਇੱਕ ਓੰਕਾਰ ਸਤਿਗੁਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਰਵਣ ਕਰ ਰਹੇ ਹੋ ਆਪ ਜੀ। ਔਰ ਇਸੇ ਪ੍ਰਕਾਰ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਰਤਾਰਪੁਰੀ ਜਿਹੜੀ ਬੀੜ ਹੈ, ਜਿਹੜੀਆਂ ਪੁਰਾਤਨ ਬੀੜਾਂ ਨੇ, ਉਹਨਾਂ ਵਿੱਚ ਇੱਕ ਓੰਕਾਰ ਵੀ ਮੰਗਲ ਆਉਂਦਾ ਹੈ। ਜਦੋਂ ਸ਼ਲੋਕ ਸਹਿਸਕ੍ਰਿਤੀ ਸ਼ੁਰੂ ਹੁੰਦੇ ਨੇ ਨਾ, ਉੱਥੇ ਮੰਗਲ ਇੱਕ ਓੰਕਾਰ ਵੀ ਲਿਖਿਆ ਹੋਇਆ। ਇੱਕ ਅਕਾਲ ਪੁਰਖ ਅਦੁੱਤੀ ਬ੍ਰਹਮ ਸਰੂਪ ਤ੍ਰਈ ਕਾਲ ਆਬਾਦ ਸਪੰਗ ਸਰੂਪ ਹੈ, ਜੋ ਸਾਰਿਆਂ ਦਾ ਪ੍ਰੇਰਕ ਹੈ। ਸਤ ਹੈ, ਤਿੰਨਾਂ ਕਾਲਾਂ ਵਿੱਚ ਸਤ ਹੈ। ਬਾਕੀ ਜਿਤਨਾ ਸੰਸਾਰ ਅਸਤ ਹੈ, ਦ੍ਰਿਸ਼ਟਮਾਨ ਹੈ ਸਗਲ ਮਿਥਿਨ, ਪਰ ਉਹ ਪ੍ਰਮਾਤਮਾ ਨਿਰੰਕਾਰ ਸਤ ਹੈ। ਉਹਦਾ ਨਾਮ ਹਮੇਸ਼ਾ ਸਤ ਰਹਿਣ ਵਾਲਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਉਹ ਕਰਤਾ ਹੈ, ਸਾਰੇ ਸੰਸਾਰ ਦਾ ਕਰਤਾ ਹੈ, ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ। ਪ੍ਰਾਪਤੀ ਕਿਵੇਂ ਹੋਵੇਗੀ? ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਗੁਰੂ ਹੈ, ਤੇ ਸ਼ਬਦ ਗੁਰੂ ਨੂੰ ਕਮਾ ਕੇ, ਸ਼ਬਦ ਗੁਰੂ ਨੂੰ ਮਨ ਵਿੱਚ ਵਸਾ ਕੇ ਉਸ ਨਿਰੰਕਾਰ ਨਾਲ ਸਾਡੀ ਅਭੇਦਤਾ ਹੋ ਸਕਦੀ ਹੈ। ਇਹ ਸੂਖਮ ਰੂਪ ਦੇ ਵਿੱਚ ਸਤਿਗੁਰਾਂ ਨੇ ਮੰਗਲ ਉਚਾਰਨ ਕੀਤਾ ਹੈ। ਤਕਰੀਬਨ 9 ਵਾਰੀ ਇਸ ਮੰਗਲ ਦੇ ਸਰੂਪ ਦੇ ਸਾਨੂੰ ਦਰਸ਼ਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਾਪਤ ਨੇ। ਅੱਗੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਭਗਤ ਕਬੀਰ ਸਾਹਿਬ ਜੀ ਦਾ ਜੋ ਪਾਵਨ ਬਚਨ ਹੈ, ਉਹ ਸਰਵਣ ਕਰਦੇ ਹਾਂ ਜੀ। ਗੌੜੀ ਗਵਾਰੇਰੀ ਸ਼੍ਰੀ ਕਬੀਰ ਜੀਓ ਕੇ ਚੌਪਦੇ, ਅਬ ਮੋਹਿ ਜਲਤ ਰਾਮ ਜਲ ਪਾਇਆ। ਸਾਹਿਬ ਜੀ ਕੌੜੀ ਗਵਾਰੇਰੀ ਦੇ ਵਿੱਚ ਸ੍ਰੀ ਆਦਰਵਾਚੀ ਸ਼ਬਦ ਹੈ, ਸਤਿਕਾਰਵਾਚੀ ਸ਼ਬਦ ਹੈ। ਕਬੀਰ ਸਾਹਿਬ ਨੇ ਕਹਿਣਾ ਸ੍ਰੀ ਕਬੀਰ ਜੀ, ਸਤਿਕਾਰ ਦੇ ਨਾਲ ਆਦਰਵਾਚੀ ਸ਼ਬਦ ਸ੍ਰੀ ਕਬੀਰ ਜੀਓ। ਕਬੀਰ ਜੀਓ ਦੇ ਚੌਪਦੇ, 4 ਪਦਾਂ ਦਾ ਇਹ ਸ਼ਬਦ ਹੈ। ਪਦ 4 ਪਦੇ ਨੇ, ਤੇ ਇਹਨਾਂ ਦੀ ਗਿਣਤੀ ਵੀ ਅੱਗੇ ਦਿੱਤੀ ਹੈ, ਜੋ ਉਚਾਰਨ ਕਰਨ ਦੀ ਲੋੜ ਨਹੀਂ ਹੁੰਦੀ। ਵਾਸਤਵ ਦੇ ਵਿੱਚ ਗਿਣਤੀ ਦੇ ਵਾਸਤੇ ਸਤਿਗੁਰਾਂ ਨੇ 14 ਸ਼ਬਦ ਵਰਤੇ ਨੇ। ਇਹ 14 ਸ਼ਬਦ ਨੇ ਜਿਹੜੇ 4 ਪਦਿਆਂ ਦੇ ਹਨ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਬੀਰ ਸਾਹਿਬ ਜੀ, ਅਬ ਮੋਹੇ, ਅਬ ਹੁਣ ਮੈਨੂੰ, ਅਬ ਤੋਂ ਭਾਵ ਹੁਣ ਮੈਨੂੰ। ਇਹ ਜਿਹੜਾ ਜਨਮ ਹੈ ਨਾ ਸਾਡਾ, ਅੱਜ ਦਾ ਸਾਡਾ ਜਨਮ ਸਾਨੂੰ ਹੁਣ ਪ੍ਰਾਪਤ ਹੋਇਆ ਹੈ, ਬਹੁਤ ਵੱਡੇ ਭਾਗਾਂ ਕਰਕੇ ਪ੍ਰਾਪਤ ਹੋਇਆ ਹੈ। ਜਨਮ ਤੇ ਪਹਿਲੋਂ ਵੀ ਸਾਨੂੰ ਬਹੁਤ ਸਾਰੇ ਮਿਲ ਚੁੱਕੇ ਨੇ। ਇਹ ਮਤ ਸਮਝਣਾ ਕਿ ਪਹਿਲਾ ਜਨਮ ਹੈ ਸਾਨੂੰ, ਨਹੀਂ। ਸਾਹਿਬ ਕਹਿੰਦੇ ਪੂਰਬ ਜਨਮ ਤੈ ਬਹੁਤ ਕਮਾਏ। ਪੂਰਬ ਤੋਂ ਭਾਵ ਪਹਿਲੋਂ ਵੀ ਤੂੰ ਬਹੁਤ ਸਾਰੇ ਜਨਮ ਕਮਾ ਚੁੱਕੇ, ਭੋਗ ਚੁੱਕੇ। ਮਹਾਰਾਜ ਕਿਹੜੇ ਜਨਮ ਭੋਗੇ ਨੇ ਅਸੀਂ? ਕਿਹੜੇ ਜਨਮਾਂ ਵਿੱਚੋਂ ਆਏ ਹਾਂ ਅਸੀਂ? ਤੇ ਸਤਿਗੁਰਾਂ ਨੇ ਅੰਮ੍ਰਿਤ ਬਚਨ ਕਹਿ ਦਿੱਤੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਿਰ ਬ੍ਰਿਖ ਜੋਇਓ। ਅਨੇਕਾਂ ਜਨਮ, ਇਹ 84 ਲੱਖ ਜੂਨ ਹੈ। 84 ਲੱਖ ਜੂਨ ਤੋਂ ਉਪਰੰਤ ਮਨੁੱਖਾ ਜਨਮ ਦੀ ਵਾਰੀ ਆਉਂਦੀ ਹੈ। 84 ਲੱਖ ਜੂਨ ਭਰਮਤਿਆਂ ਦੁਲੱਭ ਜਨਮ ਅਬ ਪਾਇਓ ਏ। ਅਬ ਤੋਂ ਭਾਵ ਕਿ ਹੁਣ ਭਲਿਆ ਤੂੰ 84 ਲੱਖ ਜੂਨਾਂ ਭੋਗਤ ਕੇ, ਉਹਨਾਂ ਨੂੰ ਭੋਗ ਕੇ, ਤੇ ਹੁਣ ਤੈਨੂੰ ਇਹ ਜਨਮ ਪ੍ਰਾਪਤ ਹੋਇਆ ਹੈ। ਕਾਦੇ ਵਾਸਤੇ? ਤੇ ਸਾਹਿਬ ਜੀ ਕਹਿੰਦੇ ਨੇ
ਪਰਮਾਤਮਾ ਦੀ ਪ੍ਰਾਪਤੀ ਵਾਸਤੇ ਇਹ ਮਨੁੱਖਾ ਜਨਮ ਹੈ। ਮਹਾਪੁਰਸ਼ਾਂ ਨੇ ਬੜੇ ਅਲੰਕਾਰ ਲਿਖੇ ਨੇ, ਸਮਾਂ ਨਹੀਂ ਅਲੰਕਾਰ ਕਹਿਣ ਦਾ। ਇਹ ਜੋ ਸੰਸਾਰ ਹੈ ਨਾ, ਇਹ 84 ਦਰਵਾਜ਼ੇ ਨੇ, ਕੇਵਲ ਇੱਕ ਹੀ ਦਰਵਾਜ਼ਾ ਖੁੱਲ੍ਹਾ ਹੈ ਜਿਹੜਾ ਇਹ ਮਨੁੱਖਾ ਜਨਮ ਹੈ। ਬਾਕੀ ਦਰਵਾਜ਼ਿਆਂ ਵਿੱਚੋਂ ਮਨੁੱਖ ਭਟਕਦਾ ਹੈ ਪਰ ਬਾਹਰ ਨਹੀਂ ਨਿਕਲ ਸਕਦਾ। ਇਹ ਕੇਵਲ ਤੇ ਕੇਵਲ ਖੁੱਲ੍ਹਾ ਦਰਵਾਜ਼ਾ ਹੈ ਜਿਹਦੇ ਵਿੱਚੋਂ ਅਸੀਂ ਬਾਹਰ ਨਿਕਲ ਸਕਦੇ ਹਾਂ। ਤੇ ਦਰਵਾਜ਼ਾ ਆਪ ਜੀ ਨੂੰ ਪਤਾ ਵੀ ਪ੍ਰਵੇਸ਼ ਵਾਸਤੇ ਵੀ ਹੈ ਤੇ ਬਾਹਰ ਜਾਣ ਵਾਸਤੇ ਵੀ ਹੈ। ਜੇ ਤੇ ਅਸੀਂ ਯਤਨ ਕਰ ਲਿਆ ਅਬ ਮੋਹੇ, ਹੁਣ ਅਸੀਂ ਜਨਮ ਦਾ ਯਤਨ ਕਰ ਲਿਆ ਇਸ ਮਨੁੱਖਾ ਜਨਮ ਦੇ ਵਿੱਚ, ਤੇ 84 ਦੇ ਚੱਕਰ ਵਿੱਚੋਂ ਬਾਹਰ ਨਿਕਲ ਜਾਵਾਂਗੇ। ਤੇ ਜੇ ਨਾ ਯਤਨ ਕੀਤਾ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰਿਆਂ ਵਰਗਾ ਜਨਮ ਕੌਡੀਆਂ ਦੇ ਬਦਲੇ ਪ੍ਰਾਪਤ ਅਸੀਂ ਜਿਹੜਾ ਇਸ ਨੂੰ ਬਤੀਤ ਕਰ ਰਹੇ ਹਾਂ। ਇਹ ਭੋਜਨ ਪ੍ਰਾਪਤ ਕਰ ਲੈਣਾ, ਬੱਚੇ ਪੈਦਾ ਕਰ ਲੈਣੇ, ਸੌਂ ਲੈਣਾ, ਜਾਗ ਲੈਣਾ, ਭੈ ਵਿੱਚ ਰਹਿਣਾ, ਇਹ ਤੇ ਬਾਕੀ ਪਸ਼ੂ ਜੂਨਾਂ ਵਿੱਚ ਵੀ ਹੈ, ਇਹ ਤੇ ਪੰਛੀਆਂ ਵਿੱਚ ਵੀ ਹੈ, ਪਸ਼ੂਆਂ ਵਿੱਚ ਵੀ ਹੈ। ਸਾਰ ਕੁਤਾਵਲੀ ਛੋਟਾ ਜਿਹਾ ਗ੍ਰੰਥ ਹੈ, ਉਹਨੂੰ ਸਭਾ ਜਿੱਤ ਵੀ ਕਿਹਾ ਜਾਂਦਾ ਹੈ, ਜਿੱਥੋਂ ਵਿਦਾਂਤ ਸ਼ੁਰੂ ਹੁੰਦਾ ਹੈ। ਪਰ ਬਾ ਕਮਾਲ ਗ੍ਰੰਥ ਹੈ, ਸਾਰਿਆਂ ਨੂੰ ਪੜ੍ਹਨਾ ਚਾਹੀਦਾ ਸਾਨੂੰ। ਉਹਦੇ ਵਿੱਚ ਇੱਕ ਬੜਾ ਪਿਆਰਾ ਸ਼ਲੋਕ ਆਉਂਦਾ ਹੈ, ਉਹ ਕਹਿੰਦਾ ਭੋਜਨ ਨਿੰਦਰਾ ਭੋਗ ਪਏ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਦਕਤਾ ਗਿਆਨ ਬਿਨਾ ਪਸ ਜਾਨ। ਭੋਜਨ ਪ੍ਰਸ਼ਾਦਾ ਛਕ ਲੈਣਾ, ਕੋਈ ਪ੍ਰਸ਼ਾਦਾ ਛਕ ਲੈਂਦਾ ਹੈ, ਕੋਈ ਪਸ਼ੂ ਘਾਹ ਫੂਸ ਖਾ ਲੈਂਦੇ ਨੇ, ਕੋਈ ਹੋਰ ਅਨੇਕ ਪ੍ਰਕਾਰ ਭਸ ਖੇ ਖਾਂਦੇ ਨੇ। ਭੋਜਨ ਨਿੰਦਰਾ, ਸੌਂਦੇ ਸਾਰੇ ਪਸ਼ੂ ਪੰਛੀ ਵੀ ਨੇ। ਭੋਜਨ ਨਿੰਦਰਾ ਭੋਗ, ਇਹ ਜੋ ਭੋਗਾਂ ਦੇ ਵਿੱਚ ਜੀਵ ਖਚਿਤ ਰਹਿੰਦਾ ਹੈ। ਭੈ ਡਰ, ਇਹ ਸਾਰੇ ਪਸ਼ੂਆਂ ਵਿੱਚ ਵੀ ਪੰਛੀਆਂ ਵਿੱਚ ਵੀ ਨੇ। ਤੇ ਜੇ ਇਹਨਾਂ ਵਿੱਚ ਹੀ ਅਸੀਂ ਖਚਿਤ ਰਹਿ ਗਏ ਤੇ ਫਿਰ ਵਡਿਆਈ ਕੀ ਹੋਈ? ਤੇ ਉਹ ਕਹਿੰਦੇ ਨਰਨ ਗਿਆਨ ਨਿਜ ਅਦਕਤਾ, ਮਨੁੱਖ ਵਿੱਚ ਇੱਕ ਖਾਸੀਅਤ ਹੈ, ਮਨੁੱਖ ਵਿੱਚ ਇੱਕ ਵਡਿਆਈ ਹੈ, ਮਨੁੱਖ ਵਿੱਚ ਇੱਕ ਵਿਲੱਖਣਤਾ ਹੈ। ਕਾਹਦੀ? ਨਰਨ ਗਿਆਨ ਨਿਜ ਅਦਕਤਾ ਗਿਆਨ ਬਿਨਾ ਪਸ ਜਾਨ। ਇਸ ਨੂੰ ਪਰਮਾਤਮਾ ਨੇ ਗਿਆਨ ਬਖਸ਼ਿਸ਼ ਕੀਤਾ ਹੈ। ਹਰ ਇੱਕ ਵਸਤੂ ਦਾ ਗਿਆਨ ਹੈ, ਚਾਹੇ ਤੁਸੀਂ ਸੰਸਾਰ ਦੀਆਂ ਪਦਾਰਥਾਂ ਲੈ ਲਓ, ਵਸਤੂਆਂ ਲੈ ਲਓ, ਪਰਮਾਰਥ ਦੀਆਂ ਲੈ ਲਓ, ਹਰ ਇੱਕ ਦਾ ਗਿਆਨ ਹੈ। ਮੈਂ ਇੱਕ ਮਹਾਂਪੁਰਸ਼ਾਂ ਦੇ ਬਚਨ ਸੁਣ ਰਿਹਾ ਸੀ। ਇੱਕ ਜਗਿਆਸੂ ਨੇ ਆ ਕੇ ਨਾ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਜੀ, ਕੀ ਇਹ ਬਾਣੀ ਪੜ੍ਹਨੀ, ਬੰਦਗੀ ਕਰਨੀ ਇਹ ਜ਼ਰੂਰੀ ਹੈ? ਕਹਿੰਦੇ ਕੋਈ ਜ਼ਰੂਰੀ ਨਹੀਂ, ਕੋਈ ਲੋੜ ਨਹੀਂ ਇਸਦੀ। ਬਾਣੀ ਪੜ੍ਹਨ ਦੀ, ਬੰਦਗੀ ਕਰਨ ਦੀ ਕੋਈ ਲੋੜ ਨਹੀਂ। ਕਹਿੰਦੇ ਮਾਰ ਫਿਰ ਗਿਆਨ ਦੀ ਲੋੜ ਹੈ? ਕਹਿੰਦੇ ਗਿਆਨ ਦੀ ਵੀ ਕੋਈ ਲੋੜ ਨਹੀਂ। ਕਾਹਦੇ ਵਾਸਤੇ ਗਿਆਨ ਦੀ ਪ੍ਰਾਪਤੀ ਕਰਨੀ ਹੈ, ਕਾਹਦੇ ਵਾਸਤੇ ਬੰਦਗੀ ਕਰਨੀ ਹੈ? ਤੇ ਮਹਾਂਪੁਰਸ਼ ਕਹਿਣ ਲੱਗੇ ਕਰਮ ਦੀ ਜ਼ਰੂਰਤ ਹੈ, ਕੰਮ ਕਰਨ ਦੀ ਲੋੜ ਹੈ। ਕਹਿੰਦਾ ਜੀ ਕੰਮ ਕਰਨ ਦੀ ਤਾਂ ਲੋੜ ਜ਼ਰੂਰੀ ਹੈ, ਕੰਮ ਨਹੀਂ ਕਰਾਂਗੇ ਤੇ ਪ੍ਰਸ਼ਾਦਾ ਕਿੱਥੋਂ ਮਿਲੇਗਾ? ਕੋਈ ਦੁਕਾਨਦਾਰ ਤੇ ਜਾ ਕੇ ਬੈਠੇਗਾ ਨਹੀਂ ਦੁਕਾਨ ਤੇ, ਦੁਕਾਨਦਾਰ ਤੋਂ ਗਾਹਕ ਕਿਵੇਂ ਵਿਹਾਜੇਗਾ? ਕਿਵੇਂ ਪੂੰਜੀ ਪ੍ਰਾਪਤ ਹੋਵੇਗੀ? ਕਿਵੇਂ ਪਰਿਵਾਰ ਨੂੰ ਪਾਲੇਗਾ? ਮਹਾਂਪੁਰਸ਼ ਕਹਿਣ ਲੱਗੇ ਭਲਿਆ, ਜੇ ਕਰਮ ਕਰਨ ਦੀ ਜ਼ਰੂਰਤ ਹੈ ਤੇ ਫਿਰ ਬੰਦਗੀ ਕਰਨ ਦੀ ਕਿਉਂ ਨਹੀਂ ਜ਼ਰੂਰਤ? ਕਰਮ ਕਰਨ ਤੋਂ ਬਿਨਾਂ ਨਹੀਂ ਸਰਦਾ ਮਨੁੱਖ ਤਾਂ, ਇਸੇ ਤਰ੍ਹਾਂ ਬੰਦਗੀ ਕਰਨ ਤੋਂ ਵੀ ਬਿਨਾਂ ਨਹੀਂ ਸਰਦਾ, ਗਿਆਨ ਤੋਂ ਬਿਨਾਂ ਵੀ ਨਹੀਂ ਸਰਦਾ। ਜੇ ਸਰਦਾ ਹੈ ਤੇ ਸਾਰ ਲੈ, ਪਰ ਸਰਦਾ ਨਹੀਂ ਹੈ। ਕਿਉਂਕਿ ਜੇ ਗਿਆਨ ਹੋਵੇਗਾ ਨਾ ਤਾਂ ਅਸੀਂ ਹਿੱਤ ਅਨਹਿੱਤ ਦੀ ਪ੍ਰਾਪਤੀ ਕਰ ਸਕਾਂਗੇ, ਆਪਣੇ ਬੁਰੇ ਤੇ ਭਲੇ ਦਾ ਬਾਰੇ ਸੋਚ ਸਕਾਂਗੇ। ਜੇ ਬੰਦਗੀ ਕਰਾਂਗੇ ਤੇ ਜੀਵਨ ਸਫਲ ਹੋ ਸਕੇਗਾ, ਕਿਉਂਕਿ ਬੰਦਗੀ ਕਰਨ ਵਾਸਤੇ ਤਾਂ ਜੀਵਨ ਮਿਲਿਆ ਸਾਨੂੰ। ਬੰਦਗੇ ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਜ਼ ਤਰੋ ਕੇ ਪਿਆਰ।
ਸਾਹਿਬੀ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿੰਦੇ ਸਵਾਸ ਸਵਾਸ ਹਰਿ ਨਾਮ ਜਪ, ਇਹ ਸਵਾਸ ਮਤ ਖੋਏ, ਕਿਆ ਜਾਨਾ ਕਿ ਅੰਤ ਕੋ ਇਹ ਸਵਾਸ ਮਤ ਹੋਏ। ਉਹ ਕਹਿੰਦੇ ਭਲਿਆ ਕੀ ਪਤਾ ਇਹ ਸਵਾਸ ਤੇਰਾ ਆਖਰੀ ਹੋਏ। ਇਸ ਕਰਕੇ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਜਪ। ਇਸੇ ਲਈ ਤੇ ਸਾਹਿਬ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ। ਕੋਈ ਸ਼ੱਕ ਨਹੀਂ, ਕੋਈ ਔਖੀ ਪੰਕਤੀ ਨਹੀਂ, ਇਹਦੇ ਵਿੱਚ ਸਾਨੂੰ ਸਮਝ ਨਾ ਲੱਗਦੀ ਹੋਵੇ। ਕਹਿੰਦੇ ਸਵਾਸ ਸਵਾਸ ਕਰਕੇ ਪ੍ਰਮਾਤਮਾ ਦਾ ਨਾਮ ਜਪ। ਪ੍ਰਸ਼ਨ ਕਰਨ ਵਾਲਾ ਪ੍ਰਸ਼ਨ ਕਰ ਦਿੰਦਾ, ਮਹਾਰਾਜ ਜੇ ਸਵਾਸ ਸਵਾਸ ਨਾਮ ਜਪਾਂਗੇ ਤੇ ਕੰਮ ਕਦੋਂ ਕਰਾਂਗੇ ਅਸੀਂ? ਤੇ ਸਤਿਗੁਰੂ ਜੀ ਨੇ ਤਾਂ ਸਾਨੂੰ ਰੋਕਿਆ ਹੀ ਨਹੀਂ ਕੰਮ ਕਰਨ ਤੋਂ। ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤਨ ਰੰਜਨ ਨਾਲ। ਦੁਕਾਨ ਤੇ ਬੈਠਾ ਹੈ, ਵਾਹਿਗੁਰੂ ਵਾਹਿਗੁਰੂ ਕਰੀ ਜਾ। ਜਿਹੜੀ ਵੀ ਤੈਨੂੰ ਕਿਰਤ ਮਾਲਕ ਨੇ ਬਖਸ਼ੀ, ਕਿਰਤ ਵੀ ਕਰ ਤੇ ਕਰਤੇ ਨੂੰ ਵੀ ਚੇਤੇ ਕਰ। ਜਦੋਂ ਕਰਤ ਤੇ ਕਿਰਤ ਤੇ ਕਰਤਾ ਇੱਕ ਰੂਪ ਹੋ ਜਾਂਦੇ ਨੇ ਤੇ ਮਨੁੱਖ ਬ੍ਰਹਮ ਗਿਆਨੀ ਬਣ ਜਾਂਦਾ ਹੈ। ਹੁਣ ਕੋਈ ਸੇਵਾ ਕਰਿਆ, ਜੋੜੇ ਸਾਹਿਬ ਕਰਿਆ, ਵਾਹਿਗੁਰੂ ਵਾਹਿਗੁਰੂ ਨਹੀਂ ਜਪ ਸਕਦਾ। ਕੋਈ ਬੱਚੀਆਂ ਝਾੜੂ ਫੇਰਦੀਆਂ ਨੇ, ਕੋਈ ਦਰੀਆਂ ਤੱਪੜ ਝਾੜ ਦਿਓ, ਵਾਹਿਗੁਰੂ ਵਾਹਿਗੁਰੂ ਜਪ ਸਕਦੇ ਨੇ। ਗੱਲਾਂ ਨਾ ਕਰਿਆ ਕਰੋ, ਗੱਲਾਂ ਕਰੋਗੇ ਤੇ ਸੇਵਾ ਕੀਤੀ ਵੀ ਬੇਅਰਥ ਚਲੀ ਜਾਣੀ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ ਕਿ ਅਬ ਹੁਣ ਇਹ ਜਿਹੜਾ ਜੀਵਨ ਹੈ, ਅਬ ਹਮ ਚੱਲੀ ਠਾਕੁਰ ਪੈ ਹਾਰ, ਇਹ ਜੀਵਨ ਹੈ ਜਿਹੜਾ ਅਸੀਂ ਮਾਲਕ ਦੇ ਅੱਗੇ ਅਰਦਾਸ ਜੋਦੜੀ ਬੇਨਤੀ ਕਰ ਸਕਦੇ ਹਾਂ। ਕੋਈ ਪਸ਼ੂ ਪੰਛੀ ਨਹੀਂ ਕਰ ਸਕਦਾ। ਇਹ ਕੇਵਲ ਤੇ ਕੇਵਲ ਮਨੁੱਖਾ ਜਨਮ ਹੈ ਜਦੋਂ ਅਸੀਂ ਮਾਲਕ ਦੇ ਅੱਗੇ ਅਰਦਾਸ ਜੋਦੜੀ ਬੇਨਤੀ ਕਰ ਸਕਦੇ ਹਾਂ ਕਿ ਮੇਰੇ ਮਾਲਕ ਤੁਧ ਭਾਵੇ ਤਾਂ ਬਖਸ਼ ਲੈ, ਖੋਟੇ ਸੰਗ ਖਰੇ। ਮਾਲਕਾ ਜੇ ਖੋਟੇ ਆ ਤਾਂ ਵੀ ਤੇਰੇ ਆ, ਖਰੇ ਆ ਤਾਂ ਵੀ ਤੇਰੇ ਆ। ਤੇਰੇ ਚਰਨਾਂ 'ਚ ਅਰਦਾਸ ਬੇਨਤੀ ਹੈ, ਸਾਨੂੰ ਖੋਟਿਆਂ ਨੂੰ ਖਰੇ ਕਰ ਲੈ, ਦਰ ਤੇ ਪ੍ਰਵਾਨ ਕਰ ਲੈ। ਇਸ ਲਈ ਅਬ ਇਹ ਜਿਹੜਾ ਜੀਵਨ ਹੈ ਸਾਨੂੰ ਬਹੁਤ ਜਨਮਾਂ ਤੋਂ ਫਿਰਦਿਆਂ ਫਿਰਦਿਆਂ ਭਾਲਦਿਆਂ ਭਾਲਦਿਆਂ, ਭਗਤ ਰਵਿਦਾਸ ਜੀ ਕਹਿੰਦੇ ਨੇ ਨਾ, ਭਗਤ ਰਵਿਦਾਸ ਜੀ ਦੇ ਬੜੇ ਪਿਆਰੇ ਜਨਮ ਪਿਆਰੇ ਬਚਨ ਨੇ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਬੜਾ ਚਿਰ ਹੋ ਗਿਆ ਤੇਰੇ ਦਰਸ਼ਨ ਕੀਤਿਆਂ ਨੂੰ, ਤੇ ਸਾਹਿਬ ਕਹਿੰਦੇ ਦਰਸ਼ਨ ਕਰਨੇ ਤੇ ਤੈਨੂੰ ਜੀਵਨ ਬਖਸ਼ ਦਿੱਤਾ ਹੈ। ਇਹ ਮਨੁੱਖਾ ਜਨਮ ਵਿੱਚ ਤੂੰ ਦਰਸ਼ਨ ਕਰ ਸਕਦਾ ਹੈ। ਅੱਜ ਵੀ ਸਤਿਗੁਰੂ ਪ੍ਰਤੱਖ ਰੂਪ ਦੇ ਵਿੱਚ ਨੇ। ਉਹ ਵੱਖਰੀ ਬਾਤ ਤੇ ਕਬੁੱਲਿਆ ਰੱਬ ਤੈਥੋਂ ਵੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ। ਤੇਰੀ ਅੱਖਾਂ ਨਹੀਂ ਤੇਰੇ ਪਾਸ ਸੇ ਅੱਖਣੀਆਂ ਬਿਆਨ, ਜੋ ਦਿਸੰਦੋ ਮਾਂ ਪੀਰੀ। ਜਿੰਦਾ ਅੱਖਾਂ ਨੇ ਪਿਆਰੇ ਪ੍ਰਭੂ ਨੂੰ ਦੇਖਣਾ ਹੈ, ਉਹ ਅੱਖਾਂ ਹੋਰ ਨੇ। ਕਿਹੜੀਆਂ ਨੇ? ਗਿਆਨ ਸੁਲਾਕਾ ਦੇ ਮਨ ਲੋਚਨ। ਉਹ ਅੱਖਾਂ ਨੇ ਜਿਹੜੀਆਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀਆਂ, ਵਿਚਾਰ ਦੀਆਂ, ਵਿਵੇਕ ਦੀਆਂ, ਗਿਆਨ ਦੀਆਂ ਅੱਖਾਂ। ਗਿਆਨ ਦੀਆਂ ਅੱਖਾਂ ਨਾਲ, ਵਿਚਾਰ ਦੀਆਂ ਅੱਖਾਂ ਨਾਲ ਗੁਰੂ ਨੂੰ ਨਿਸ਼ਚਿਤ ਕੀਤਾ ਜਾ ਸਕਦਾ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਲਦਿਆਂ ਭਾਲਦਿਆਂ ਕਈ ਜਨਮਾਂ ਤੋਂ ਬਾਅਦ ਅਬ ਮੋਹੇ ਹੁਣ ਮੈਨੂੰ ਰਾਮ ਜਲਤ ਜਲ ਪਾਇਆ। ਰਾਮ ਦੇ ਨਾਮ ਦਾ ਜਲ ਪ੍ਰਾਪਤ ਹੋਇਆ ਹੈ, ਪਰਮੇਸ਼ਰ ਦੇ ਨਾਮ ਦਾ ਜਲ ਪ੍ਰਾਪਤ ਹੋ ਗਿਆ ਮੈਨੂੰ। ਕਿਉਂਕਿ ਮਨੁੱਖ ਪਿਆਸਾ ਹੋਵੇ ਨਾ ਤੇ ਉਸ ਨੂੰ ਪਾਣੀ ਦੀ ਤਲਾਸ਼ ਹੁੰਦੀ ਹੈ, ਤੇ ਪਾਣੀ ਦੀ ਤਲਾਸ਼ ਵਾਸਤੇ ਉਹ ਯਤਨ ਕਰਦਾ ਹੈ। ਤੇ ਜੇ ਕੋਈ ਉਸ ਨੂੰ ਪਾਣੀ ਪਿਆਲ ਦੇਵੇ, ਉਸ ਦੀ ਪਿਆਸ ਬੁਝਾ ਦੇਵੇ,
ਤੇ ਉਹ ਕਹਿੰਦਾ ਜੋ ਕੁਝ ਮਰਜ਼ੀ ਮੰਗ ਲੈ ਮੈਥੋਂ, ਮੈਂ ਸਭ ਕੁਝ ਦੇਣ ਵਾਸਤੇ ਤਿਆਰ ਹਾਂ, ਕਿਉਂਕਿ ਪਿਆਸ ਬੁਝੇਗੀ ਤੇ ਪ੍ਰਾਣ ਬਚਣਗੇ। ਜੇ ਪਿਆਸ ਨਹੀਂ ਬੁਝੀ ਤੇ ਪ੍ਰਾਣ ਨਹੀਂ ਬਚਣਗੇ। ਇਸ ਲਈ ਨਾਮ ਹੈ, ਨਾਮ ਜਲ, ਨਾਮ ਜਲ ਦੇ ਨਾਲ ਪਿਆਸ ਬੁਝਣੀ ਹੈ। ਮਾਧੋ ਜਲ ਕੀ ਪਿਆਸ ਨ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਐ ਮੇਰੇ ਮਾਧੋ, ਮੇਰੇ ਪਿਆਰੇ ਪ੍ਰਭੂ, ਜਿਹੜੇ ਨਾਮ ਦੀ ਪਿਆਸ ਲੱਗੀ ਹੋਈ ਆ ਨਾ ਬੁਝਦੀ ਨਹੀਂ ਹੈ। ਮਾਧੋ ਜਲ ਕੀ ਪਿਆਸ ਨ ਜਾਏ, ਨਾਮ ਰੂਪੀ ਜਲ ਦੀ ਮੇਰੀ ਪਿਆਸ ਨਹੀਂ ਬੁਝਦੀ। ਮੈਨੂੰ ਪਿਆਸ ਲੱਗੀ ਹੋਈ ਹੈ, ਕਿਉਂਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ। ਦਰਸ਼ਨਾਂ ਦੀ ਪਿਆਸ ਹੈ। ਦਰਸ਼ਨ ਕੀ ਪਿਆਸ ਜਿਸ ਨਰ ਹੋਏ। ਸੰਗਤ ਵਿੱਚ ਕੌਣ ਆਉਂਦਾ ਹੈ? ਬਹੁਤ ਸੰਗਤ ਵਸਦੀ ਹੈ ਸ਼ਹਿਰ ਦੇ ਵਿੱਚ, ਗਿਣਤੀ ਨਹੀਂ ਕਿੰਨੇ ਕੁ ਸਿੱਖ ਵਸਦੇ ਨੇ, ਕਿੰਨੇ ਕੁ ਗੁਰਮੁਖ ਪਿਆਰੇ ਵਸਦੇ ਨੇ। ਪਰ ਗੁਰੂ ਘਰ ਵਿੱਚ ਕੌਣ ਆਉਂਦਾ ਹੈ? ਜਿਨ੍ਹਾਂ ਨੂੰ ਪਿਆਸ ਲੱਗੀ ਹੋਈ ਹੈ। ਪਾਣੀ ਦੇ ਪਾਸ ਕੌਣ ਪਹੁੰਚਦਾ ਹੈ? ਜਿਸ ਨੂੰ ਪਿਆਸ ਲੱਗੀ ਹੋਈ ਹੈ। ਜਦੋਂ ਸਾਨੂੰ ਇਹ ਨਿਸ਼ਚੈ ਹੋ ਗਿਆ ਕਿ ਮੈਂ ਪਿਆਸਾਂ, ਫਿਰ ਗੁਰੂ ਰੂਪੀ ਖੂਹ ਦੇ ਕੋਲ ਆਵਾਂਗੇ, ਗੁਰੂ ਰੂਪੀ ਜਲ ਦੇ ਕੋਲ ਆਵਾਂਗੇ, ਤੇ ਗੁਰੂ ਸਾਨੂੰ ਉਪਦੇਸ਼ ਰੂਪੀ ਨਾਮ ਦਾ ਜਲ ਬਖਸ਼ਿਸ਼ ਕਰਕੇ ਸਾਡੀ ਜਨਮ ਜਨਮਾਤਰਾਂ ਦੀ ਪਿਆਸ ਬੁਝਾ ਦੇਵੇਗਾ। ਜਨਮ ਜਨਮਾਤਰਾਂ ਦੀ ਤ੍ਰਿਸ਼ਨਾ ਦੀ ਪਿਆਸ ਬੁਝ ਜਾਏਗੀ। ਇਸ ਲਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਦੇ ਰਾਹੀਂ, ਅਬ ਹੁਣ ਮੈਨੂੰ ਨਾਮ ਰੂਪੀ ਜਲ ਪ੍ਰਾਪਤ ਹੋਇਆ ਹੈ। ਰਾਮ ਉਦਕ ਤਨ ਜਲਤ 부ਝਾਇਆ। ਉਦਕ ਨਾਮ ਹੈ ਪਾਣੀ ਦਾ। ਪਾਣੀ ਦੇ ਬਹੁਤ ਸਾਰੇ ਨਾਮ ਹੈ। ਆਪਾਂ ਜਲ ਵੀ ਕਹਿ ਦਿੰਦੇ ਹਾਂ, ਵਾਟਰ ਕਹਿ ਦਿੰਦੇ ਹਾਂ, ਆਬ ਕਹਿ ਦਿੰਦੇ ਹਾਂ, ਉਦਕ ਕਹਿ ਦਿੰਦੇ ਹਾਂ। ਅਨੇਕਾਂ ਨਾਮ ਨੇ ਜਲ ਦੇ। ਤੇ ਸਤਿਗੁਰੂ ਜੀ ਕਹਿੰਦੇ ਰਾਮ ਉਦਕ, ਰਾਮ ਪਰਮਾਤਮਾ ਦੇ ਨਾਮ ਦਾ ਜਿਹੜਾ ਪਾਣੀ ਹੈ, ਜਲ ਹੈ। ਤੇ ਉਹ ਜਲ ਕੀ ਕਰਦਾ ਬਈ? ਪਾਣੀ ਪੀਏ ਤੇ ਪਿਆਸ ਬੁਝ ਜਾਂਦੀ ਹੈ। ਕੋਈ ਪਾਣੀ ਦਾ ਗਲਾਸ ਸਾਹਮਣੇ ਰੱਖ ਲਵੇ, ਪਾਣੀ ਦੇ ਦਰਸ਼ਨ ਵੀ ਕਰ ਲਵੇ, ਕਿ ਪਿਆਸਾ ਉਹ ਪਿਆਸ ਬੁਝਾ ਲਵੇਗਾ? ਨਹੀਂ ਬੁਝੇਗੀ। ਜਲ ਛਕਾਂਗੇ ਤੇ ਪਿਆਸ ਬੁਝਣੀ ਹੈ, ਪ੍ਰਸ਼ਾਦਾ ਛਕਾਂਗੇ ਤੇ ਭੁੱਖ ਬੁਝਣੀ ਹੈ, ਬਾਣੀ ਅੰਦਰ ਵਸਾਵਾਂਗੇ ਤੇ ਗਿਆਨ ਹੋਣਾ ਹੈ। ਆਂਖੇ ਮੀਚੇ ਗਾਏ ਸੁਣੇ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ। ਗਹਿ ਦਾ ਮਤਲਬ ਹੁੰਦਾ ਗ੍ਰਹਿਣ ਕਰਨਾ, ਅੰਦਰ ਵਸਾ ਲੈਣਾ, ਧਾਰਨ ਕਰ ਲੈਣਾ। ਤੇ ਜੇ ਅੰਦਰ ਅਸੀਂ ਵਸਾਇਆ ਹੀ ਨਹੀਂ, ਧਾਰਨ ਨਹੀਂ ਕੀਤਾ, ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਏ। ਜਿੰਨਾ ਚਿਰ ਗੁਰੂ ਦਾ ਤੂੰ ਉਪਦੇਸ਼ ਨਹੀਂ ਕਮਾਉਂਦਾ, ਮਨ ਵਿੱਚ ਨਹੀਂ ਵਸਾਉਂਦਾ, ਸਤਿਗੁਰੂ ਕਹਿੰਦੇ ਤੇਰੀ ਪਿਆਸ ਨਹੀਂ ਬੁਝਣੀ। ਸਾਹਿਬੇ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹੀ ਤਾਂ ਉਪਦੇਸ਼ ਬਖਸ਼ਿਸ਼ ਕੀਤਾ ਸੀ। ਟੂਕ ਮਾਤਰ ਸਿੱਖਾਂ ਨੇ ਬੇਨਤੀ ਕਰ ਦਿੱਤੀ, ਸਤਿਗੁਰੂ ਜੀ ਬਾਣੀ ਪੜ੍ਹਦੇ ਬਹੁਤ ਆ, ਬਾਣੀ ਸੁਣਦੇ ਬਹੁਤ ਆ, ਪਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਮਨ ਟਿਕਾਓ ਵਿੱਚ ਨਹੀਂ ਆਉਂਦਾ, ਮਨ ਵਿੱਚ ਇਕਾਗਰਤਾ ਨਹੀਂ ਬਣਦੀ, ਭਟਕਣਾ ਨਹੀਂ ਮੁੱਕਦੀ। ਤੇ ਸਤਿਗੁਰਾਂ ਨੇ ਨਾ ਉਹਨਾਂ ਨੂੰ ਉਦਾਹਰਨ ਦੇ ਵਜੋਂ ਸਮਝਾਉਣ ਦੇ ਵਾਸਤੇ ਚੁੱਲ੍ਹੇ ਕਰਵਾਏ ਸੀ, ਜਲ ਦੇ ਚੁੱਲ੍ਹੇ। ਤੇ ਚੁੱਲ੍ਹੇ ਕਰਵਾ ਕੇ ਸਤਿਗੁਰਾਂ ਨੇ ਘੜਾ ਖਾਲੀ ਕਰਵਾ ਦਿੱਤਾ। ਮਹਾਕਵੀ ਸੰਤੋਖ ਸਿੰਘ ਜੀ ਤੇ ਉਹਦੇ ਵਿੱਚ ਸੁਖਨਦਾਨ ਦੀ ਗੱਲ ਵੀ ਕਰਦੇ ਨੇ। ਖੈਰ ਚਲੋ, ਖਾਲੀ ਘੜਾ ਕਰਵਾ ਦਿੱਤਾ। ਸਾਹਿਬ ਜੀ ਕਹਿੰਦੇ ਕੋਈ ਨਸ਼ਾ ਆਇਆ, ਕੁਝ ਪਿਆਸ ਬੁੱਝੀ? ਮਹਾਰਾਜ ਪਿਆਸ ਕਾਹਦੀ ਬੁਝਣੀ ਸੀ? ਤੁਹਾਡਾ ਹੁਕਮ ਸੀ ਵੀ ਅੰਦਰ ਨਹੀਂ ਨਗਾਉਣਾ, ਚੁਲੀਆਂ ਕਰਕੇ ਡੋਲ ਦੇਣਾ। ਤੇ ਸਾਹਿਬ ਕਹਿੰਦੇ ਤੁਸੀਂ ਵੀ ਤੇ ਇਹੀ ਕੁਝ ਕਰਦੇ ਹੋ ਨਾ, ਬਾਣੀ ਪੜ੍ਹਦੇ ਬਹੁਤ, ਸੁਣਦੇ ਬਹੁਤ, ਪਰ ਚੁਲੀਆਂ ਹੀ ਕਰੀ ਜਾਂਦੇ ਹੋ, ਅੰਦਰ ਤੇ ਇੱਕ ਘੁੱਟ ਵੀ ਨਹੀਂ ਨਿਗਾਈ। ਅੰਦਰ ਤੇ ਇੱਕ ਕਿਣਕਾ ਚਲੇ ਜਾਏ, ਉਹਦਾ ਵੀ ਪ੍ਰਭਾਵ ਜੀਵਨ ਤੇ ਪੈਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ
ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਹੈ, ਅੰਦਰ ਵਸਾਉਣਾ ਹੈ, ਤੇ ਵਸਾ ਕੇ ਕੀ ਕਰਨਾ ਹੈ? ਜੋ ਗੁਰੂ ਸਾਨੂੰ ਉਪਦੇਸ਼ ਦਿੰਦਾ ਉਹਦੇ ਅਨੁਸਾਰ ਜੀਵਨ ਬਤੀਤ ਕਰਨਾ ਹੈ, ਉਹਦੇ ਅਨੁਸਾਰ ਜੀਵਨ ਬਣਾਉਣਾ ਹੈ। ਪਰ ਹੈ ਔਖੀ ਗੱਲ। ਜੇ ਜੀਵਨ ਬਣ ਜਾਏ ਫਿਰ ਕਿਸੇ ਨਾਲ ਧੋਖਾ ਨਹੀਂ ਹੋ ਸਕੇਗਾ, ਕਿਸੇ ਨਾਲ ਠੱਗੀ ਨਹੀਂ ਮਾਰੀ ਜਾ ਸਕੇਗੀ, ਕੋਈ ਸਿਨੇਮੇ ਵਿੱਚ ਨਹੀਂ ਜਾਏਗਾ, ਕੋਈ ਪੱਬ ਤੇ ਨਹੀਂ ਜਾਏਗਾ, ਸ਼ਰਾਬਖਾਨੇ ਨਹੀਂ ਜਾਏਗਾ, ਕੋਈ ਇੱਧਰ ਉੱਧਰ ਦੀ ਮਾਸ ਮਿੱਟੀ ਨਹੀਂ ਖਾਏਗਾ, ਕਿਉਂਕਿ ਗੁਰੂ ਨੇ ਉਪਦੇਸ਼ ਦਿੱਤਾ ਹੈ ਸਾਨੂੰ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਸ ਰਾਮ ਰੂਪੀ ਉਦਕ ਜਲ ਨੇ ਤਨ ਜਲਤ ਬੁਝਾਇਆ। ਮੇਰਾ ਤਨ, ਮੇਰਾ ਸਰੀਰ ਜਿਹੜਾ ਜਲ ਰਿਹਾ ਸੀ ਨਾ, ਸੜ ਰਿਹਾ ਸੀ। ਕਾਹਦੇ ਨਾਲ ਸੜਦਾ ਹੈ ਤਨ? ਈਰਖਾ ਦੀ ਅਗਨੀ ਦੇ ਨਾਲ। ਅਗਨੀ ਅਨੇਕ ਪ੍ਰਕਾਰ ਦੀ ਹੈ। ਅਗਨੀ ਸਤਿਗੁਰਾਂ ਨੇ ਗੁਰਬਾਣੀ ਵਿੱਚ 4 ਨਦੀਆਂ ਅੱਗ ਦੀਆਂ ਕਹੀਆਂ ਨੇ। ਹੰਸ, ਹੇਤ, ਲੋਭ, ਕੋਪ, 4 ਨਦੀਆਂ ਅੱਗ ਪਵਹਿ ਦੱਜੈ ਨਾਨਕਾ। ਸਾਹਿਬ ਜੀ ਕਹਿੰਦੇ ਨੇ, ਨਿਰਦੈਤਾ ਦੀ, ਮੋਹ ਦੀ, ਲੋਭ ਦੀ, ਕ੍ਰੋਧ ਦੀ ਅਗਨੀ ਦੀਆਂ ਨਦੀਆਂ ਨੇ, ਤੇ ਜਿਹੜਾ ਨਦੀ ਵਿੱਚ ਪੈ ਜਾਂਦਾ ਹੈ ਨਾ, ਦੱਜੈ ਨਾਮ ਹੈ ਸੜਨ ਦਾ, ਸੜ ਜਾਂਦਾ। ਮਹਾਰਾਜ ਕੋਈ ਇਲਾਜ ਵੀ ਹੈ? ਫਿਰ ਇਹ ਤੋਂ ਬਚਿਆ ਵੀ ਜਾ ਸਕਦਾ ਹੈ? ਸਾਹਿਬ ਕਹਿੰਦੇ ਹਾਂ, ਤਰੀਐ ਕਰਮੀ ਲੱਗ। ਜੇ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਦੀ ਬਖਸ਼ਿਸ਼ ਹੋ ਜਾਏ, ਤੇ ਉਹ ਸਾਨੂੰ ਅੱਗ ਦੀ ਨਦੀ ਵਿੱਚੋਂ ਵੀ ਬੁਝਾ ਤਾਰ ਲੈਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਅੱਗ ਦੀਆਂ ਨਦੀਆਂ ਵਿੱਚੋਂ ਵੀ ਗੁਰੂ ਸਾਨੂੰ ਬਚਾ ਲੈਂਦਾ ਹੈ। ਸਤਿਗੁਰਾਂ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੀ। ਇਤਿਹਾਸ ਦੇ ਵਿੱਚ ਬੜੇ ਸੁੰਦਰ ਪ੍ਰਮਾਣ ਆਉਂਦੇ ਨੇ। ਸਾਹਿਬ ਕਹਿੰਦੇ, ਸਤਿਗੁਰੂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, ਭਾਈ ਜੇ ਜੰਗਲ ਨੂੰ ਅੱਗ ਲੱਗ ਜਾਏ ਤੇ ਪਸ਼ੂ ਪੰਛੀਆਂ ਦਾ ਬਚਾਅ ਕਿਵੇਂ ਹੁੰਦਾ ਹੈ? ਕਹਿੰਦੇ ਜੀ, ਉਹੀ ਬਚ ਸਕਦੇ ਨੇ ਪਸ਼ੂ ਜਿਹੜੇ ਨਦੀ ਦੀ ਪਾਣੀ ਦੀ ਨਦੀ ਵਿੱਚ ਚਲੇ ਜਾਂਦੇ ਨੇ। ਤੇ ਸਾਹਿਬ ਕਹਿੰਦੇ, ਜਿਹੜੀ ਵਿਕਾਰਾਂ ਦੀ ਅੱਗ ਆ ਨਾ, ਇਹ ਸਾਨੂੰ ਸਾੜ ਰਹੀ ਹੈ। ਵਿਕਾਰਾਂ ਦੀ ਅੱਗ ਵਿੱਚੋਂ ਬਚਣ ਵਾਸਤੇ ਸਤ ਸੰਗਤ ਨਦੀ ਹੈ। ਇਹ ਜਿਹੜੇ ਸਤ ਸੰਗਤ ਵਿੱਚ ਤੁਸੀਂ ਬੈਠੇ ਹੋ ਨਾ, ਇਸ ਨੂੰ ਵੀ ਨਦੀ ਦੀ ਤਸ਼ਬੀਹ ਦਿੱਤੀ ਹੈ। ਪਰ ਇਸ ਨਦੀ ਵਿੱਚ ਹਰ ਕੋਈ ਨਹੀਂ ਆ ਸਕਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਗਤ ਵਿੱਚ ਆ। ਸੰਗਤ ਵਿੱਚ ਆਏਗਾ ਤੇ ਤ੍ਰਿਸ਼ਨਾ ਦੀ ਅੱਗ ਵੀ ਤੈਨੂੰ ਪੋਹ ਨਹੀਂ ਸਕੇਗੀ। ਵਾਸਤਵ ਦੇ ਵਿੱਚ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਇਹ ਬੜੀ ਭਿਆਨਕ ਹੈ। ਤ੍ਰਿਸ਼ਨਾ ਅਗਨ, ਕਾਇਆ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਇਹ ਜਿਹੜਾ ਸਰੀਰ ਹੈ ਨਾ, ਇਸ ਨੂੰ ਤ੍ਰਿਸ਼ਨਾ ਦੀ ਅੱਗ ਨੇ ਸਾੜਿਆ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤ੍ਰਿਸ਼ਨਾ ਦੇ ਅਧੀਨ ਨੇ। ਇਸ ਲਈ ਤੇ ਸਾਹਿਬ ਕਹਿੰਦੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀਏ, ਕੋਟ ਜੋਰੈ ਲੱਖ ਕਰੋੜੈ, ਮਨ ਨਾ ਹੋਰੈ, ਪਰੈ ਪਰੈ ਹੀ ਕੋ ਲੁੱਜੀਏ। ਵਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ। ਭੋਗਾਂ ਪਦਾਰਥਾਂ ਦੇ ਵਿੱਚ, ਮਾਇਆ ਵਿੱਚ ਕਦੇ ਕਿਸੇ ਨੂੰ ਰੱਜ ਆਇਆ? ਨਹੀਂ ਆਉਂਦਾ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਇਹ ਤ੍ਰਿਸ਼ਨਾ ਬੜੀ ਭਿਆਨਕ ਹੈ। ਭਰਥਰੀ ਜੀ ਨੇ ਤੇ ਇੱਥੋਂ ਤੱਕ ਗੱਲ ਕਹਿ ਦਿੱਤੀ। ਰਾਜਾ ਭਰਥਰੀ ਜਿਹੜਾ ਰਾਜ ਭਾਗ ਛੱਡ ਕੇ 1400 ਰਾਣੀਆਂ ਤਿਆਗ ਦਿੱਤੀਆਂ, ਹੀਰੇ ਲਾਲ ਜੜਤ ਮੰਦਰ ਤਿਆਗ ਦਿੱਤੇ, ਪਰ ਤ੍ਰਿਸ਼ਨਾ ਨਾ ਤਿਆਗ ਸਕਿਆ। ਤ੍ਰਿਸ਼ਨਾ ਨਾ ਤਿਆਗ ਸਕਿਆ। ਰਾਜ ਭਾਗ ਛੱਡ ਦਿੱਤਾ, ਰਾਣੀਆਂ ਛੱਡ ਦਿੱਤੀਆਂ, ਰਾਜ ਭਾਗ ਛੱਡ ਕੇ ਜੰਗਲਾਂ ਨੂੰ ਤੁਰ ਪਿਆ। ਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਨਾ ਬਰੇਤੀ ਆਈ। ਬਰੇਤੀ ਸਮਝ ਰਹੇ ਹੋ? ਰੇਤ। ਨਦੀਆਂ ਦੇ ਇਲਾਕਿਆਂ ਤੇ ਰੇਤਾਂ ਵਿਛੀਆਂ ਹੁੰਦੀਆਂ ਨੇ। ਰੇਤਲੇ ਇਲਾਕੇ ਵੀ ਬਹੁਤ ਹੁੰਦੇ ਨੇ। ਰੇਤ ਦੀ ਰਸਤੇ ਵਿੱਚੋਂ ਜਾ ਰਿਹਾ ਸੀ, ਚਾਨਣ ਉੱਪਰ ਚੜ੍ਹਿਆ ਹੋਇਆ ਚੰਦਰਮਾ, ਤੇ ਕਿਸੇ ਨੇ ਉਹਦੇ ਤੋਂ ਪਹਿਲੋਂ ਜਾਣ ਵਾਲੇ ਨੇ ਨਾ ਪਾਨ ਚੱਬ ਕੇ ਥੁੱਕਿਆ ਹੋਇਆ ਸੀ। ਉਹ ਭਰਥਰੀ ਜਿਹਨੇ ਹੀਰੇ ਮੰਦਰ ਜੜੇ ਹੋਏ ਤਿਆਗ ਦਿੱਤੇ, 1400 ਰਾਣੀਆਂ ਤਿਆਗ ਦਿੱਤੀਆਂ, ਰਾਜ ਭਾਗ ਤਿਆਗ ਦਿੱਤਾ।
ਜਦੋਂ ਉਹਦੀ ਨਜ਼ਰ ਪਈ ਉਸ ਥੁੱਕੇ ਹੋਏ ਲਾਲ ਦੀ ਪੀਕ ਤੇ, ਜਿਹੜੀ ਲਾਲ ਰੰਗ ਦੀ ਸੀ। ਲਾਲ ਰੰਗ ਦਾ ਪਾਨ ਚੱਬਦੇ ਨੇ ਨਾ ਲੋਕ, ਤੇ ਸਤਿਗੁਰਾਂ ਨੇ ਤਾਂ ਸਾਨੂੰ ਵਰਜਿਆ, ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ, ਓਏ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਯਾਦ ਰੱਖੀ, ਜਮਾਂ ਨੇ ਤੈਨੂੰ ਪਕੜਨਾ ਹੀ ਜੇ ਤੂੰ ਇਹ ਨਸ਼ਿਆਂ ਵਿਕਾਰਾਂ ਦੇ ਵਿੱਚ, ਵਿਸ਼ਿਆਂ ਵਿਕਾਰਾਂ ਦੇ ਵਿੱਚ ਖਚਤ ਰਹੇਗਾ। ਉਹਨੇ ਸਮਝਿਆ ਵੀ ਇਹ ਬੜਾ ਕੀਮਤੀ ਵੱਡਾ ਲਾਲ ਹੈ। ਵੱਡਾ ਲਾਲ ਸਮਝ ਕੇ ਨਾ ਹੱਥ ਪਾ ਲਿਆ ਭਰਤਰੀ ਨੇ। ਜਦੋਂ ਹੱਥ ਪਾਇਆ ਤੇ ਉਹ ਸੀ ਥੁੱਕ, ਹੱਥ ਲਿਬੜ ਗਿਆ ਥੁੱਕ ਨਾਲ। ਉਹ ਫਿੱਟੇ ਮੂੰਹ ਤੇਰੇ ਮਨਾ, ਬੜੀਆਂ ਲਾਨਤਾਂ ਪਾਈਆਂ ਆਪਣੇ ਆਪ ਨੂੰ। ਤੇ ਭਰਤਰੀ ਜੀ ਨੇ ਇੱਕ ਵੈਰਾਗ ਸਤਕ ਗ੍ਰੰਥ ਲਿਖਿਆ, ਵਿਦਾਂਤ ਦਾ ਗ੍ਰੰਥ, ਬੜਾ ਕਮਾਲ ਦਾ ਗ੍ਰੰਥ ਹੈ। ਵੈਰਾਗ ਸਤਕ ਗ੍ਰੰਥ ਲਿਖਿਆ ਹੈ ਸਾਨੂੰ ਸਮਝਾਉਣ ਵਾਸਤੇ। ਉਹਦੇ ਵਿੱਚ ਉਹਨੇ ਸ਼ਲੋਕ ਲਿਖ ਦਿੱਤਾ, ਲਾਲ ਜੜਤ ਮੰਦਰ ਤਰੇ ਅਜ ਸਖੀਆਂ ਕੇ ਸਾਥ, ਲਾਲ ਜੜਤ ਮੰਦਰ ਤਜੇ ਅਰ ਸਖੀਆਂ ਕੇ ਸਾਥ, ਰੇਮਨ ਧੋਖੇ ਲਾਲ ਕੇ ਭਰੇ ਪੀਕ ਸੋ ਹਾਥ। ਓਏ ਮਨਾ, ਤੇਰੇ ਮਨ ਵਿੱਚੋਂ ਤ੍ਰਿਸ਼ਨਾ ਨਾ ਗਈ? ਇੱਕ ਆਹੇ ਪਲਾਂਗਮ, ਹੇ ਤ੍ਰਿਸ਼ਨੇ ਤੂੰ ਹੀ ਮਮ ਸੰਗ ਰਹੀ ਦਿਨ ਰਾਤ। ਪਰ ਪਰਿਵਾਰ ਨੇ ਸਾਥ ਛੱਡ ਦਿੱਤਾ, ਸਰੀਰ ਦੀਆਂ ਇੰਦਰੀਆਂ ਨੇ ਸਾਥ ਛੱਡ ਦਿੱਤਾ। ਕੰਨ ਸੁਣਦੇ ਨਹੀਂ, ਅੱਖਾਂ ਦੇਖਦੀਆਂ ਨਹੀਂ, ਦੰਦ ਚਬਾਉਣ ਵਾਸਤੇ ਨਹੀਂ, ਪੈਰ ਚੱਲ ਨਹੀਂ ਸਕਦੇ, ਹੱਥ ਕੱਲ ਨਹੀਂ ਸਕਦੇ। ਸਾਰੀਆਂ ਇੰਦਰੀਆਂ ਜਵਾਬ ਦੇ ਗਈਆਂ। ਪਰਿਵਾਰ ਦੇ ਧੀਆਂ ਪੁੱਤਰ ਜਵਾਬ ਦੇ ਗਏ, ਪਰ ਕਹਿੰਦਾ ਹੇ ਤ੍ਰਿਸ਼ਨੇ ਤੂੰ ਹਮੇਸ਼ਾ ਮੇਰੇ ਨਾਲ ਰਹੀ। ਇੱਕ ਆਹੇ ਪਲੰਗਮ, ਪਲੰਗਮ ਹੁੰਦਾ ਜੱਫੀ ਪਾ ਲੈਣੀ, ਕੌੜੀ ਵਿੱਚ ਲੈ ਲੈਣਾ, ਕਲਾਵੇ ਵਿੱਚ ਲੈ ਲੈਣਾ। ਕਹਿੰਦਾ ਤ੍ਰਿਸ਼ਨਾ ਤੂੰ ਮੈਨੂੰ ਅਜੇ ਵੀ ਕਲਾਵੇ ਵਿੱਚ ਲੈ ਕੇ ਰੱਖਿਆ ਹੋਇਆ, ਅਜੇ ਵੀ ਤੂੰ ਆਪਣੇ ਮੈਨੂੰ ਅਧੀਨ ਕੀਤਾ ਹੋਇਆ। ਉਹ ਜਿਹੜਾ ਤ੍ਰਿਸ਼ਨਾ ਦਾ ਜਲ ਸੀ, ਉਹ ਤ੍ਰਿਸ਼ਨਾ ਦੀ ਅੱਗ ਜਿਹਦੇ ਨਾਲ ਸਾਡਾ ਜੀਵਨ ਸੜ ਰਿਹਾ ਸੀ, ਸਤਿਗੁਰੂ ਕਹਿੰਦੇ ਬੁਝਾਇਆ। ਪਰਮੇਸ਼ਰ ਦੇ ਨਾਮ ਰੂਪੀ ਜਲ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ। ਤੇ ਸਾਡਾ ਜਿਹੜਾ ਸਰੀਰ ਜੀਵਨ ਸੜ ਰਿਹਾ ਸੀ ਨਾ, ਈਰਖਾ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਵਿੱਚ, ਦ્વੈਤ ਦੀ ਅੱਗ ਵਿੱਚ। ਅੱਗਾਂ ਕਈ ਪ੍ਰਕਾਰ ਦੀਆਂ ਨੇ, ਐਸੀਆਂ ਅੱਗਾਂ ਨੇ ਪਤਾ ਹੀ ਨਹੀਂ ਲੱਗਦਾ ਵੀ ਅੱਗ ਬਲ ਰਹੀ ਹੈ ਕਿ ਨਹੀਂ, ਪਤਾ ਹੀ ਨਹੀਂ ਲੱਗਦਾ ਅੱਗ ਬਲਦੀ ਹੈ। ਤੇ ਅੱਗੋਂ ਅੰਦਰੋਂ ਅੰਦਰੀ ਉਹ ਵਸਤੂ ਨੂੰ ਸਾੜਦੀ ਜਾਂਦੀ ਹੈ। ਇਸ ਲਈ ਤ੍ਰਿਸ਼ਨਾ ਦੀ ਅੱਗ ਜਿਹੜੀ ਸਾਨੂੰ ਦਿਸਦੀ ਨਹੀਂ, ਪਰ ਜਿਸ ਨੂੰ ਲੱਗੀ ਹੋਈ ਹੈ ਨਾ, ਉਹਨੂੰ ਅੰਦਰੋਂ ਅੰਦਰੀ ਸਾੜਦੀ ਹੈ। ਇਸ ਲਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਹ ਨਾਮ ਰੂਪੀ ਉਦਕ ਜਲ ਨੇ ਮੇਰੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਸਰੀਰ ਨੂੰ ਬਚਾ ਲਿਆ। ਉਹ ਜਲ ਤੋਂ ਬੁਝਾਇਆ, ਉਹ ਜਲਦੇ ਹੋਏ ਨੂੰ ਬੁਝਾ ਦਿੱਤਾ ਏ। ਉਹ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ। ਰਹਾਉ ਮਨ ਮਾਰਨ ਕਾਰਨ ਬਨ ਜਾਈਐ। ਵਿਸਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਵਾਸਤਵ ਦੇ ਵਿੱਚ ਜੋ ਸ਼ਬਦ ਦਾ ਸਿਧਾਂਤ ਹੈ ਨਾ, ਸਾਹਿਬ ਕਹਿੰਦੇ ਇਹ ਸੰਸਾਰ ਇੱਕ ਸਮੁੰਦਰ ਹੈ। ਇਹ ਸੰਸਾਰ ਇੱਕ ਸਮੁੰਦਰ ਹੈ, ਤੇ ਸਮੁੰਦਰ ਵਿੱਚ ਵੀ ਬੜਵਾ ਨਾਲ ਆਪਣੇ ਬੜਵਾ ਨਾਲ ਅਗਨੀ ਹੁੰਦੀ ਹੈ। ਇੱਕ ਪ੍ਰਤੱਖ ਅੱਗ ਹੈ ਨਾ, ਇੱਕ ਜਠਰਾ ਅਗਨੀ ਹੁੰਦੀ ਹੈ, ਪੇਟ ਦੀ ਅੱਗ। ਇੱਕ ਦਾਵਾ ਨਾਲ ਅਗਨੀ ਹੁੰਦੀ, ਜੰਗਲ ਨੂੰ ਲੱਗਦੀ ਹੈ। ਇੱਕ ਬੜਵਾ ਨਾਲ ਅਗਨੀ ਹੈ। ਜਦੋਂ ਵਿਦਾਂਤ ਦੇ ਗ੍ਰੰਥ ਪੜ੍ਹਦੇ ਸਨ, ਉਦੋਂ ਉਹਨਾਂ ਵਿੱਚ ਲਿਖਿਆ ਸੀ, ਕਹਿੰਦੇ ਇਹ ਸਮੁੰਦਰ ਦਾ ਜਿਤਨਾ ਵੀ ਜਾਲ ਹੈ ਨਾ, ਜਿਹੜੀ ਉਹ ਅਗਨੀ ਹੈ, ਉਸ ਅਗਨੀ ਦੇ ਉੱਤੇ ਜਦੋਂ ਇਹ ਪੈਂਦਾ ਜਾ ਕੇ ਐਂ ਸੜ ਜਾਂਦਾ ਹੈ, ਜਿਵੇਂ ਸੜੇ ਤਵੇ ਦੇ ਉੱਤੇ ਪਾਣੀ ਦੀ ਬੂੰਦ ਡਿੱਗਦੀ। ਤੱਤੇ ਤਵੇ ਦੇ ਉੱਤੇ ਪਾਣੀ ਦੀ ਬੂੰਦ ਡਿੱਗਦੀ ਹੈ ਨਾ, ਡਿੱਗਦਿਆਂ ਸਾਰ ਸੜ ਜਾਂਦੀ ਹੈ। ਕਹਿੰਦੇ ਉਹ ਇੰਨੀ ਭਿਆਨਕ ਅੱਗ ਹੈ, ਇਹ ਪਾਣੀ ਨੂੰ ਹੀ ਸਾੜਦੀ ਜਾ ਰਹੀ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ ਰਹਾਉ ਦੀ ਪੰਕਤੀ ਵਿੱਚ, ਕਿ ਸੰਸਾਰ ਸਮੁੰਦਰ ਜਿਹੜਾ ਹੈ, ਭਗਤ ਨਾਮਦੇਵ ਜੀ ਨੇ ਤੇ ਇਹੀ ਬੇਨਤੀ ਕੀਤੀ ਹੈ ਨਾ। ਦਰਅਸਲ ਇਹ ਜੀਵਨ ਬੇਨਤੀ ਕਰਨ ਵਾਸਤੇ ਹੈ। ਭਗਤ ਜੀ ਕਹਿੰਦੇ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਅਨਲ ਬੇੜਾ ਹੋ ਖਮ ਨਾ ਸਕੋ।
ਮੋਕੋ ਪਾਰ ਉਤਾਰੇ ਬੀਠਲਾ। ਹੋ ਦਇਆਲ ਸਤਿਗੁਰ ਮੇਲ ਤੂੰ ਏਕੋ, ਮੋਕੋ ਪਾਰ ਉਤਾਰੇ ਬੀਠਲਾ। ਨਾਮਾ ਕਹਿ ਹੋਂ ਤਰ ਨਾ ਸਕੋ, ਬਾਹਾਂ ਦੇ ਬੀਠਲਾ। ਬੀਠਲ ਕਹਿੰਦੇ ਪਰਮਾਤਮਾ ਨੂੰ, ਕਹਿੰਦੇ ਪਰਮਾਤਮਾ ਆਪਣੀ ਬਾਹ ਫੜਾ ਮੈਨੂੰ, ਆਪਣੀ ਬਾਹ ਪਕੜਾ ਮੈਨੂੰ, ਕਿਉਂ ਮੈਨੂੰ ਤੇ ਤਰਨਾ ਵੀ ਨਹੀਂ ਆਉਂਦਾ। ਕੋਈ ਪਾਣੀ ਵਿੱਚ ਡੁੱਬਦਾ ਹੋਵੇ ਨਾ ਤੇ ਉਹ ਹਾਲ ਦੁਹਾਈ ਪਾਉਂਦਾ, ਹੱਥ ਪੈਰ ਮਾਰਦਾ ਭਈ ਕੋਈ ਮੈਨੂੰ ਬਾਹ ਫੜਾ ਦੇਵੇ, ਤੇ ਬਾਹ ਪਕੜ ਲਵੇ ਕਿਸੇ ਦੀ ਤੇ ਪਾਣੀ ਵਿੱਚੋਂ, ਨਦੀ ਵਿੱਚੋਂ ਬਾਹਰ ਨਿਕਲ ਜਾਏਗਾ। ਐ ਮਨੁੱਖਾ ਜਨਮ ਬੇਨਤੀ ਕਰਨ ਵਾਸਤੇ ਆ ਮਾਲਕ, ਮੈਨੂੰ ਆਪਣੇ ਉਪਦੇਸ਼ ਦੀ ਬਾਹ ਫੜਾ ਦੇ, ਤਾਂ ਕਿ ਮੈਂ ਸੰਸਾਰ ਸਮੁੰਦਰ ਵਿੱਚੋਂ ਸੁਰਖਰੂ ਹੋ ਕੇ ਨਿਕਲ ਜਾਵਾਂ। ਇਹ ਪਾਪਾਂ ਦੀ, ਵਿਕਾਰਾਂ ਦੀ ਅੱਗ ਮੈਨੂੰ ਸਾੜ ਨਾ ਸਕੇ। ਇਸ ਲਈ ਸਤਿਗੁਰੂ ਜੀ ਕਹਿੰਦੇ ਮਨ ਮਾਰਨ, ਮਨ ਨੂੰ ਮਾਰਨ ਵਾਸਤੇ, ਮਨ ਨੂੰ ਸ਼ਾਂਤ ਕਰਨ ਵਾਸਤੇ, ਮਨ ਨੂੰ ਇਕਾਗਰ ਕਰਨ ਵਾਸਤੇ ਕੀ ਕਰਦੇ ਨੇ? ਬਨ ਜਾਈਏ। ਜੰਗਲਾਂ ਵਿੱਚ ਜਾਂਦੇ ਜਾਈਦਾ, ਜੰਗਲਾਂ ਵਿੱਚ ਜਾਂਦੇ ਨੇ, ਕੋਈ ਜਲ ਧਾਰੇ ਕਰਦਾ ਹੈ, ਕੋਈ ਧੂਣੀਆਂ ਤਪਾਉਂਦਾ ਹੈ, ਕੋਈ ਪੁੱਠਾ ਲਟਕਦਾ ਹੈ, ਕੋਈ ਘੋੜੀ ਬਣ ਕੇ ਤਪ ਕਰਦਾ ਹੈ। ਪਰ ਜੰਗਲਾਂ ਵਿੱਚ ਜਾ ਕਰਕੇ ਇਹ ਮਨ ਮਰਦਾ ਨਹੀਂ ਹੈ, ਇਹ ਮਨ ਮਰਦਾ ਨਹੀਂ ਹੈ। ਸ੍ਰਿੰਗੀ ਰਿਸ਼ੀ ਵਰਗੇ ਵੀ ਜਿਹੜੇ ਨੇ ਕਿੰਨੇ ਹਜ਼ਾਰਾਂ ਸਾਲ ਤਪ ਕੀਤਾ ਪਰ ਮਨ ਨੂੰ ਨਹੀਂ ਮਾਰ ਸਕੇ ਹਨ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਮਨ ਮਾਰਨ ਕਾਰਨ ਬਲ ਜਾਈਏ। ਮਨ ਨੂੰ ਮਾਰਨ ਦੇ ਵਾਸਤੇ ਜੰਗਲ ਵਿੱਚ ਜਾਂਦੇ ਜਾਈਦਾ। ਸੋ ਜਲ ਬਿਨ ਭਗਵੰਤ ਨ ਪਾਈਐ। ਪਰ ਜਿਸ ਜਲ ਨੇ ਤੇਰੇ ਮਨ ਨੂੰ ਸ਼ਾਂਤ ਕਰਨਾ ਹੈ ਨਾ, ਜਿਸ ਜਲ ਨੇ ਤੇਰੇ ਮਨ ਨੂੰ ਇਕਾਗਰਤਾ ਵਿੱਚ ਲਿਆਉਣਾ ਹੈ, ਜਿਸ ਜਲ ਨੇ ਤੇਰੇ ਮਨ ਦੀ ਪਿਆਸ ਬੁਝਾਉਣੀ ਹੈ, ਉਹ ਕਿਸੇ ਜੰਗਲ ਵਿੱਚੋਂ ਨਹੀਂ ਮਿਲਣਾ, ਉਹ ਕਿਸੇ ਪਹਾੜ ਦੀ ਕੰਦਰ ਵਿੱਚੋਂ ਨਹੀਂ ਮਿਲਣਾ, ਉਹ ਤੈਨੂੰ ਭੁੱਖਿਆਂ ਰਹਿ ਕੇ ਵੀ ਨਹੀਂ ਮਿਲਣਾ। ਮਿਲਣਾ ਕਿੱਥੋਂ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਮਿਲਾਂ ਪਰਮਾਤਮਾ ਦੇ ਬਿਨਾਂ ਕੋਈ ਨਹੀਂ ਮਿਲ ਸਕਦਾ। ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਬਾਣੀ ਵਿੱਚ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਭਲਿਓ ਤੇ ਤੇਰੇ ਨਾਲ ਹੈ, ਉਹਨੂੰ ਬਾਹਰ ਕਿੱਥੇ ਲੱਭਦਾ ਫਿਰਦਾ ਹੈ? ਉਹਨੂੰ ਅੰਦਰ ਦੇਖਣਾ ਕਰ। ਟੂਕ ਮਾਤਰ ਬੇਨਤੀ ਕਰਦੇ ਹਾਂ। ਦੋ ਮੁਸਾਫਿਰ ਜਾ ਰਹੇ ਨੇ, ਇੱਕ ਠੱਗ ਹੈ ਤੇ ਇੱਕ ਵਪਾਰੀ। ਹੁਣ ਠੱਗ ਨੂੰ ਪਤਾ ਹੈ ਵੀ ਵਪਾਰੀ ਇਹਦੇ ਕੋਲ ਮਾਲ ਧਨ ਬਹੁਤ ਹੈ, ਤੇ ਵਪਾਰੀ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਹੈ, ਮੇਰਾ ਮਾਲ ਲੁੱਟੇਗਾ, ਮੇਰੇ ਪੈਸੇ ਲੁੱਟੇਗਾ। ਸਫ਼ਰ ਕੀਤਾ ਉਹਨਾਂ ਨੇ, ਬਹੁਤ ਲੰਬਾ ਸਫ਼ਰ ਕੀਤਾ। ਲਾਹੌਰ ਤੋਂ ਲੈ ਕੇ ਤੇ ਉਹਨਾਂ ਨੇ ਜਾ ਕੇ ਬੰਬੇ ਤੱਕ ਸਫ਼ਰ ਕੀਤਾ। ਕਿੰਨੇ ਦਿਨ ਰਾਹ 'ਚ ਲੰਘੇ ਪਰ ਉਹ ਠੱਗ ਉਸ ਨੂੰ ਲੁੱਟ ਨਹੀਂ ਸਕਿਆ, ਵਪਾਰੀ ਨੂੰ। ਆਖਿਰਕਾਰ ਕਹਿਣ ਲੱਗਿਆ, ਮਿੱਤਰਾ ਮੈਂ ਬੜਾ ਯਤਨ ਕੀਤਾ ਤੇਰਾ ਧਨ ਲੁੱਟਣ ਵਾਸਤੇ, ਪਰ ਲੁੱਟ ਨਹੀਂ ਸਕਿਆ। ਦੱਸ ਤੂੰ ਕੀਤਾ ਕੀ ਹੈ? ਕਹਿੰਦਾ ਕੀਤਾ ਮੈਂ ਕੁਛ ਨਹੀਂ, ਜਿਹੜਾ ਮੇਰਾ ਆਪਣਾ ਧਨ ਸੀ ਨਾ ਮੈਂ ਤੇਰੇ ਬਿਸਤਰੇ ਥੱਲੇ ਲੁਕਾ ਦਿੰਦਾ ਸੀ। ਤੂੰ ਮੇਰੀਆਂ ਜੇਬਾਂ ਫੋਲਦਾ ਰਿਹਾ, ਮੇਰਾ ਬਿਸਤਰਾ ਫੋਲਦਾ ਰਿਹਾ, ਮੇਰੇ ਕੱਪੜੇ ਫੋਲਦਾ ਰਿਹਾ, ਕੁਝ ਨਹੀਂ ਮਿਲਿਆ। ਉਹ ਤਾਂ ਤੇਰੇ ਬਿਸਤਰੇ ਥੱਲੇ ਸੀ, ਤੂੰ ਬਿਸਤਰਾ ਫੋਲਿਆ ਹੀ ਨਹੀਂ। ਅਸੀਂ ਬਾਹਰ ਖੋਜਦੇ ਹਾਂ, ਜੰਗਲਾਂ ਵਿੱਚ ਪਹਾੜਾਂ ਵਿੱਚ ਖੋਜਦੇ ਹਾਂ। ਉਹ ਭਲਿਆ ਆਪਨੂੰ ਅੰਦਰੋਂ ਖੋਜਣਾ ਕਰ, ਉਹ ਤੇਰੇ ਅੰਦਰ ਵਸਦਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਜਲ ਬਿਨਾ ਪਰਮਾਤਮਾ ਤੋਂ ਪ੍ਰਾਪਤ ਨਹੀਂ ਹੁੰਦਾ ਹੈ। ਜਿਹ ਪਾਵਕ ਸੁਰ ਨਰ ਹੈ ਜਾਰੇ। ਜਿਸ ਤ੍ਰਿਸ਼ਨਾ ਦੀ ਅੱਗ ਨੇ ਸੁਰ ਨਰ ਦੇਵਤੇ ਮਨੁੱਖ ਭਲੇ ਮਨੁੱਖ ਵੀ ਸਾੜ ਦਿੱਤੇ। ਰਾਮ ਉਦਕ ਜਨ ਜਲਤ ਉਬਾਰੇ। ਉਹ ਰਾਮ ਦੇ ਨਾਮ ਰੂਪੀ ਜਲ ਨੇ ਜਲਦਿਆਂ ਹੋਇਆਂ ਨੂੰ ਬਚਾ ਲਿਆ, ਸੜਦਿਆਂ ਹੋਇਆਂ ਨੂੰ ਬਚਾ ਲਿਆ। ਪਰਮਾਤਮਾ ਦੇ ਨਾਮ ਨੇ ਸਹਾਇਤਾ ਕੀਤੀ, ਕਿਉਂਕਿ ਜੈ ਲਾਲਚ ਜਾ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਹਰ ਕਾ ਨਾਮ ਉਹਾਂ ਸੰਗ ਸਹਾਈ।
ਜਿੱਥੇ ਕਿਸੇ ਸਹਾਇਕ ਨਹੀਂ ਬਣਨਾ, ਨਾਮ ਨੇ ਉੱਥੇ ਵੀ ਸਹਾਇਤਾ ਕਰਨੀ ਹੈ। ਇਸ ਲਈ ਉਸਨੇ ਉਭਾਰ ਲਿਆ, ਬਚਾ ਲਿਆ ਹੈ। ਭਵ ਸਾਗਰ ਸੁਖ ਸਾਗਰ ਮਾਹੀ। ਇਹ ਜਿਹੜਾ ਭਵਜਲ ਸੰਸਾਰ ਸੀ ਨਾ, ਦੁੱਖਾਂ ਦਾ ਸਮੁੰਦਰ, ਇਹ ਸੁੱਖਾਂ ਦੇ ਸਮੁੰਦਰ ਵਿੱਚ ਬਦਲ ਗਿਆ। ਦ੍ਰਿਸ਼ਟੀ ਬਦਲਣ ਦੀ ਦੇਰ ਸੀ। ਜਦੋਂ ਸਾਡੀ ਦ੍ਰਿਸ਼ਟੀ ਵਿਕਾਰਾਂ ਵੱਲੋਂ, ਪਦਾਰਥਾਂ ਵੱਲੋਂ ਉਲਟ ਕੇ ਪਰਮਾਤਮਾ ਦੇ ਨਾਲ ਜੁੜ ਗਈ, ਤੇ ਇਹ ਦੁੱਖ ਜਿਹੜੇ ਸੀ ਸੁੱਖਾਂ ਦੇ ਵਿੱਚ ਤਬਦੀਲ ਹੋ ਗਏ। ਪੀਵ ਰਹੇ ਜਲਨ ਖੁੱਟਤ ਨਾਹੀ। ਤੇ ਉਹ ਨਾਮ ਰੂਪੀ ਜਲ ਜਿਹੜਾ ਸੀ ਹੁਣ ਮੁੱਕਦਾ ਹੀ ਨਹੀਂ। ਕਈ ਬਰਸਾਂ ਤੋਂ ਪੀ ਰਹੇ ਆ, ਬਖਸ਼ਿਸ਼ ਕੀਤੀ ਸਤਿਗੁਰਾਂ ਨੇ, ਇੰਨਾ ਪੀ ਰਹੇ ਆ ਕਿ ਹੁਣ ਮੁੱਕਦਾ ਹੀ ਨਹੀਂ। ਕਿਉਂਕਿ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਉਹਦੇ ਵਿੱਚ ਟੋਟਾ ਨਹੀਂ ਆਉਣਾ। ਕਦੇ ਟੋਟਾ ਆਇਆ? ਅੱਜ 5 ਮਿੰਟ ਜਪੋ, ਕੱਲ ਨੂੰ 10 ਮਿੰਟ ਜਪੋ, ਕੱਲ ਨੂੰ 20 ਮਿੰਟ ਜਪੋ, ਭਾਵੇਂ ਸਾਰੀ ਜ਼ਿੰਦਗੀ ਜਪੀ ਜਾਓ, ਨਾਮ ਦਾ ਖਜ਼ਾਨਾ ਮੁੱਕਣਾ ਨਹੀਂ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ, ਉਹ ਨਿਖੁੱਟਤ ਨਹੀਂ, ਮੁੱਕਦਾ ਹੀ ਨਹੀਂ ਹੈ। ਕਹਿ ਕਬੀਰ ਭਜ ਸਾਰੰਗ ਪਾਨੀ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਕਹਿੰਦਾ ਨਹੀਂ ਕਹਿਣਾ, ਉੱਤੇ ਜਿਹੜਾ ਸ਼ਬਦ ਹੈ ਨਾ, ਸ੍ਰੀ ਕਬੀਰ ਜੀਓ, ਇਹ ਸਾਨੂੰ ਇਸ ਗੱਲ ਦੀ ਸੋਝੀ ਦਿੰਦਾ ਹੈ। ਕਬੀਰ ਨਹੀਂ ਕਹਿਣਾ, ਕਬੀਰ ਜੀ ਕਹੇ ਕਬੀਰ। ਕਬੀਰ ਸਾਹਿਬ ਜੀ ਕਹਿੰਦੇ ਨੇ, ਕੀ ਕਹਿੰਦੇ ਨੇ? ਭਜ ਸਾਰੰਗ ਪਾਣੀ। ਐ ਮਨੁੱਖ ਇਹ ਜੀਵ ਭਜ। ਭਜ ਤੋਂ ਮਤਲਬ ਉਹਦਾ ਸਿਮਰਨ ਕਰ। ਭਜ ਤੋਂ ਮਤਲਬ ਉਹਦੇ ਨਾਲ ਰਸਾਈ ਪ੍ਰਾਪਤ ਕਰ। ਭਜ ਤੋਂ ਮਤਲਬ ਉਹਦੀ ਸੰਗਤ ਕਰ। ਸੰਗਤ ਕਿਹਦੀ ਕਰਨੀ? ਸਾਰੰਗ ਪਾਣੀ। ਸਾਰੰਗ ਪਾਣੀ ਪਰਮਾਤਮਾ ਦਾ ਨਾਮ ਹੈ, ਜਿਹਦੇ ਹੱਥ ਵਿੱਚ ਧਨੁਸ਼ ਹੈ। ਸਾਰੰਗ ਨਾਮ ਹੁੰਦਾ ਧਨੁਸ਼ ਦਾ। ਧਨੁਸ਼ ਧਾਰੀ ਪਰਮਾਤਮਾ। ਪਰਮਾਤਮਾ ਦੇ ਅਨੇਕਾਂ ਨਾਮ ਨੇ। ਉਸ ਪਰਮਾਤਮਾ ਨੂੰ ਭਜਨਾ ਸਿਮਰਨ ਕਰ। ਰਾਮ ਉਦਕ ਮੇਰੀ ਤਿਖਾ ਬੁਝਾਨੀ। ਉਸ ਨਾਮ ਰੂਪੀ ਉਦਕ ਜਲ ਨੇ ਮੇਰੀ ਤਿਖਾ ਬੁਝਾ ਦਿੱਤੀ ਹੈ, ਮੇਰੀ ਪਿਆਸ ਬੁਝਾ ਦਿੱਤੀ ਹੈ। ਮੇਰੀ ਜਨਮ ਜਨਮਾਂਤਰਾਂ ਦੀ ਪਿਆਸ ਮਿਟ ਗਈ ਹੈ। ਤੇ ਪਿਆਸ ਤਦ ਹੀ ਬੁਝੇਗੀ ਜਦੋਂ ਸਾਨੂੰ ਅਨੁਭਵ ਹੋਵੇਗਾ ਕਿ ਮੈਨੂੰ ਪਿਆਸ ਲੱਗੀ ਹੈ। ਭੁੱਖ ਲੱਗਦੀ ਹੈ ਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਦੇ ਹਾਂ। ਪਿਆਸ ਲੱਗਦੀ ਹੈ ਤੇ ਜਲ ਦਾ ਪ੍ਰਬੰਧ ਕਰਦੇ ਹਾਂ। ਆ ਤੁਸੀਂ ਦੂਰ ਨਾ ਜਾਓ, ਗਰਮੀਆਂ ਆਉਂਦੀਆਂ ਤੇ ਵਸਤਰ ਵੱਖਰੇ ਪਾਉਨੇ ਆ। ਸਿਆਲ ਆਉਂਦਾ, ਵਸਤਰ ਸਾਡੇ ਵੱਖਰੇ ਹੁੰਦੇ ਨੇ। ਲੋੜ ਹੈ, ਜਦੋਂ ਲੋੜ ਮਹਿਸੂਸ ਹੋਵੇਗੀ ਤੇ ਉਸ ਲੋੜ ਦੀ ਪੂਰਤੀ ਵਾਸਤੇ ਮਨੁੱਖ ਯਤਨ ਕਰਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ, ਕਬੀਰ ਸਾਹਿਬ ਜੀ ਦੇ ਬਚਨ, ਮੇਰੀ ਤਿਖਾ ਬੁਝਾਨੀ, ਮੇਰੀ ਜਿਹੜੀ ਜਨਮ ਜਨਮਾਂਤਰਾਂ ਦੀ ਤਿਖਾ ਪਿਆਸ ਸੀ, ਉਹ ਸਾਰੀ ਸਤਿਗੁਰਾਂ ਨੇ ਨਾਮ ਰੂਪੀ ਜਲ ਬਖਸ਼ਿਸ਼ ਕਰਕੇ ਬੁਝਾ ਦਿੱਤੀ ਹੈ। ਪਿਆਸ ਪੈਦਾ ਕਰਨ ਵਾਸਤੇ ਯਤਨ ਕਰੋ। ਗੁਰੂ ਘਰ ਵਿੱਚ ਆਉਣਾ, ਪਿਆਸ ਪੈਦਾ ਕਰਨੀ ਹੈ, ਤਾਂ ਹੀ ਗੁਰੂ ਦਾ ਉਪਦੇਸ਼, ਗੁਰੂ ਦਾ ਨਾਮ ਰੂਪੀ ਜਲ ਸਾਨੂੰ ਪ੍ਰਾਪਤ ਹੋਵੇਗਾ। ਸਾਹਿਬ ਜੀ ਬਖਸ਼ਿਸ਼ ਕਰਨ। ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨ, ਗੁਰੂ ਸਰੂਪ ਸੰਗਤ, ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਲਈ। ਗਾਣੀ ਬਾਣੀ ਅਗਾਧ ਬੋਧ ਹੈ, ਹੋਈਆਂ ਭੁੱਲਾਂ ਨਾ ਚਿਤਾਰਦੇ ਹੋਏ ਗੁਰੂ ਦਾ ਉਪਦੇਸ਼ ਜੀਵਨ ਵਿੱਚ ਕਮਾਉਣ ਦਾ ਯਤਨ ਕਰੀਏ। ਲੋਕ ਸੁਖੀ ਪਰ ਲੋਕ ਸੁਹੇਲੇ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।